संगत जी आप जी दर्शन कर रहे हो तीजे पातशाह गुरु अमरदास जी के चरणों के जोड़ा साहब के। ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਇੱਥੇ ਆਉਂਦੀ ਹੈ। ਕਿਸੇ ਨੂੰ ਹਲਕਾ ਹੁੰਦਾ ਹੈ, ਕਿਸੇ ਨੂੰ ਕੈਂਸਰ ਹੁੰਦਾ ਹੈ, ਕਿਸੇ ਨੂੰ ਪੱਥਰੀ ਦੀ ਬਿਮਾਰੀ ਹੁੰਦੀ ਹੈ। ਲੋਕ ਕਹਿੰਦੇ ਨੇ ਕਿ ਅਸੀਂ ਇੱਥੋਂ ਠੀਕ ਹੋ ਕੇ ਜਾਂਦੇ ਹਾਂ ਕਿ ਜਿਸ ਤਰ੍ਹਾਂ ਵੱਡੇ ਵੱਡੇ ਹਸਪੀਟਲ 'ਚ ਵੀ ਜੋ ਲੋਕ ਠੀਕ ਨਹੀਂ ਹੁੰਦੇ ਉਹ ਇੱਥੇ ਆਉਂਦੇ ਨੇ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦੇ ਦਰਸ਼ਨ ਕਰਕੇ ਸਾਰੀ ਸੰਗਤ ਬਹੁਤ ਸੰਗਤ ਸਾਡੇ ਅੱਖੀ ਵੇਖਣ ਦੀ ਗੱਲ ਹੈ ਜੀ। ਬੜੀਆਂ ਸੰਗਤਾਂ ਠੀਕ ਹੋਈਆਂ ਹਨ ਜੀ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ, ਬਹੁਤ ਅਪਾਰ ਕਿਰਪਾ ਹੈ ਜੀ। मेरी अपनी गुड़िया दी 13 साल की सी जो पैर से चंबल सी। मैं लाख रुपये शर्ट रखी जो पैर पछाण जाए चंबल खाते ही। जी बीबी का लकाट है वो भी मैं विखा सकना संगत नूं। जोड़ा ये जो ही बाहर कमाई कर फिर टुर गया मौत के मूँह चो निकलिया इतने आके उन्हें गफे कर लेने। ਇੱਥੇ ਸਾਡੇ ਵੇਨ ਦੇ ਅਨੇਕਾਂ ਪ੍ਰਕਾਰ ਦੇ ਬੰਦੇ ਬਚ ਕੇ ਜਾਂਦੇ ਨੇ। ਇੱਕ ਨੂੰ ਮੰਜੇ ਤੇ ਪਾ ਕੇ ਲਿਆਏ ਸਾਡੇ ਸਾਹਮਣੇ ਗੁਰਦਾਸਪੁਰੋਂ, ਉਹ ਇੱਥੇ ਸਵਾ ਮਹੀਨਾ ਰਿਹਾ ਵੇ। ਉਹ ਉੱਠ ਕੇ ਤੇ ਹੁਣ ਉਹ ਚੋਂ ਬੰਦੇ ਡੰਗਰਾਂ ਨੂੰ ਪੱਠੇ ਲਿਆ ਕੇ ਆਉਂਦਾ ਵੇ। ਉਹਦੇ ਆਪ ਹੀ ਬੀਬੀ ਉਹਦੀ ਸੇਵਾ ਕਰਦੀ ਸੀ। गुरु जी के मुख विचों सहज सुभाए बचन निकले, ये चली क्यों आई है जिसनों साढ़े दर्शनों की प्यास नहीं सी। गुरु साहब जी के बचन निकलन की ढेर सी। राणी चली हो गई, वस्त्र फाड़ के वार खिलार के जंगलों में भज गई। गुरु साहब जी ने अपने चरणों का जोड़ा बख्शिया। जदों राणी फिर अगले दिन आई तो भाई सचन साध जी ने जोड़ा उनके मस्तक नाल लाया। जोड़ा सब लाउंदियां ही राणी ठीक हो गई, उन्हें सुध बुध आ गई। मैं कैंसर पेशेंट हाँ काफ़ी टाइम तो। फिर बहुत वडियाई सुनी इस दरबार की। फिर बच्चों नाल गल की, अपने होर भी रिश्तेदारों को बहुत उन्हें पाया व्हाट्सएप किया मैं कि भई यह जगह इतने बहुत रहमत बख्शिशां होंदियां ने। जिवें असीं इतिहास पढ़े हुए गुरु साहब के चरण इत्थे ਜਿਹੜੇ जोड़े ने इत्थे पे ने ते मत्थे नाल लाण नाल ही कष्टां दुख निवारण होंदा है। ਤੇ मैं एक मिनट भी नहीं रुकिया। मैं मां ਨੂੰ ਕਿਹਾ ਤੁਸੀਂ ਤਿਆਰ ਹੋ ਨਾਲ ਚੱਲੀਏ, ਅਸੀਂ ਮਹਾਰਾਜ ਦੇ ਦਰਸ਼ਨ ਵੀ ਕਰਾਵਾਂਗੇ ਤੇ ਤੁਹਾਡੇ ਮੱਥੇ ਨੂੰ ਮਹਾਰਾਜ ਦੇ ਜਿਹੜੇ ਜੋੜੇ ਨੇ ਲਵਾਉਂਦੇ ਆ, ਕਿਰਪਾ ਹੋਏਗੀ। ਮੇਰੇ ਸਾਡੇ ਰਿਸ਼ਤੇਦਾਰ ਸੀਗੇ ਜੀ, ਉਹਨਾਂ ਦੇ ਇੱਥੇ ਮੂੰਹ ਦੇ ਉੱਤੋਂ ਸਾਰਾ ਗਲ ਗਿਆ ਸੀਗਾ ਜੀ। ਅਸੀਂ ਉਹਦੇ ਅੰਦਰ ਰੋਟੀ ਵੀ ਘੋਲ ਕੇ ਪਾਉਂਦੇ ਹੁੰਦੇ ਸੀਗੇ ਜੀ। ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਆਏ ਆ ਤੇ ਸਾਰੇ ਉਹਨੇ ਇੱਕ ਰੋਟੀ ਖਾਧੀ, ਚਾਹ ਵੀ ਪੀਤੀ ਆਪਣੇ ਆਪ ਹੀ। ਤੈਨੂੰ ਰੋਕਣਾ ਖਾਧੇ ਇੱਕ ਵੀ ਸੀ ਲੰਘੀ। ਹੁਣ ਇੱਥੇ ਆ ਕੇ ਖਾਦੇ ਲੰਗਰ ਖਾਦਾ। ਹਾਂ ਤੈਨੂੰ ਰੋਕਣਾ ਛੋਟੇ ਖਾਧੇ ਜੀ, ਖਾਧੇ ਚਾਹ ਵੀ ਪੀਤੀ। साल ਦੇ ਵਿੱਚ ਜੀ ਅਸੀਂ ਇਸ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਦੋਵਾਂ ਜੋੜਾ ਸਾਹਿਬ ਨੂੰ 2 ਵਾਰੀ ਇਕੱਠੇ ਕਰਦੇ ਹਨ ਜਦੋਂ ਦੋਵੇਂ ਸਥਾਨਾਂ ਤੇ ਜੁੜਨ ਵੇਲੇ ਹੁੰਦੇ ਹਨ। रुद्र ध्यान गया सतगुर के कब जन पल उन्हें जगावे। भले अमरदास गुण तेरे तेरी उपमा तूहे बनावे। वाहिगुरु जी का खालसा वाहिगुरु जी की फतेह। तुसी वेख रहे हो डेली पोस्ट पंजाबी ते मैं तुहाडे नाल जसमीत। अज असीं पहुंचे हाँ अजिहे पवित्र अस्थान ते जिसनूं श्री गुरु अमरदास जी की अपार बख्शिश प्राप्त है। ये अस्थान है गुरुद्वारा श्री पहन साहब सच्ची मंजी पिंड दुलची के ਜ਼ਿਲ੍ਹਾ ਫਿਰੋਜ਼ਪੁਰ। ਇਸ ਅਸਥਾਨ ਦੀ ਮਹਾਨਤਾ ਇਹ ਹੈ ਕਿ ਇੱਥੇ ਹਰ ਕੋਈ ਨਿਰੋਗ ਹੋ ਕੇ ਆਪਣੇ ਘਰ ਵਾਪਸ ਪਹੁੰਚਦਾ ਹੈ। ਬਿਮਾਰੀ ਚਾਹੇ ਕੈਂਸਰ ਦੀ ਨਾ ਮੁਰਾਦ ਹੋਵੇ ਜਾਂ ਫਿਰ ਪੱਥਰੀ ਹੋਵੇ, ਹਲਕਾ ਹੋਵੇ, ਚੰਬਲ ਹੋਵੇ ਜਾਂ ਕੋਈ ਹੋਰ ਬਿਮਾਰੀ ਹੋਵੇ। ਅਜਿਹਾ ਇਸ ਲਈ ਕਿ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਮੌਜੂਦ ਹੈ ਜੋ ਕਈ ਸਾਲਾਂ ਤੋਂ ਇੱਥੇ ਮੌਜੂਦ ਹੈ। ਜੋ ਵੀ ਸੰਗਤ ਇੱਥੇ ਆਉਂਦੀ ਹੈ, ਰੋਗੀ ਆਉਂਦੀ ਹੈ, ਉਹ ਇੱਥੇ ਜੋੜਾ ਸਾਹਿਬ ਨੂੰ ਆਪਣੇ ਮੱਥੇ ਦੇ ਨਾਲ ਛੂੰਹਦੀ ਹੈ, ਅਰਦਾਸ ਬੇਨਤੀ ਕਰਦੀ ਹੈ ਤੇ ਨਿਰੋਗੀ ਹੋ ਕੇ ਇੱਥੋਂ ਸੰਗਤ ਹੈ ਜਿਹੜੀ ਜਾਂਦੀ ਹੈ, ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦੀ ਹੈ। ਆਓ ਤੁਹਾਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਦੀਦਾਰੇ ਕਰਵਾਉਣੇ ਆ।
ਤੁਹਾਨੂੰ ਦੱਸਿਆ ਕਿ ਅਪਾਰ ਬਖਸ਼ਿਸ਼ਾਂ ਨੇ ਇਸ ਸਥਾਨ ਨੂੰ, ਇੱਥੇ ਜੋੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਮੌਜੂਦ ਨੇ। ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਉਂਦੀ ਹੈ ਜੋ ਬਿਮਾਰ ਹੁੰਦੀ ਹੈ, ਹਲਕਾ ਕੈਂਸਰ ਜਾਂ ਪੱਥਰੀ ਦੀ ਬਿਮਾਰੀ ਹੁੰਦੀ ਹੈ ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇੱਥੇ ਸੰਗਤ ਆਉਂਦੀ ਹੈ, ਜੋੜਾ ਸਾਹਿਬ ਦੇ ਨਤਮਸਤਕ ਹੁੰਦੀ ਹੈ ਅਤੇ ਤੰਦਰੁਸਤ ਹੋ ਕੇ ਘਰ ਜਾਂਦੀ ਹੈ। ਸਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਨੇ ਜਿਹੜੇ ਮੌਜੂਦ ਨੇ, ਉਹ ਲੋਕ ਵੀ ਮੌਜੂਦ ਨੇ, ਉਹ ਸੇਵਾਦਾਰ ਮੌਜੂਦ ਨੇ ਜੋ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋੜਾ ਸਾਹਿਬ ਦੀ ਸੇਵਾ ਕਰਦੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਖਜ਼ਾਨਚੀ ਬਲਬੀਰ ਸਿੰਘ ਮੌਜੂਦ ਨੇ। ਭਾਈ ਸਾਹਿਬ, ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ। ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਤਿਹਾਸ ਜਾਣਨਾ ਚਾਹਾਂਗੇ ਕਿ ਜੋੜਾ ਸਾਹਿਬ ਦਾ ਇਤਿਹਾਸ ਕੀ ਹੈ, ਇਸ ਅਸਥਾਨ ਤੇ ਕਿਵੇਂ ਪੁੱਜਿਆ। ਇਹ ਸਭ ਤੋਂ ਪਹਿਲਾਂ ਜੀ ਜੋੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਗੋਂਦਵਾਲ ਵਿਖੇ ਆਏ। ਉੱਥੇ ਆਣ ਕੇ ਉਹਨਾਂ ਨੇ ਸੇਵਾ ਸ਼ੁਰੂ ਕੀਤੀ। ਜੋ ਸਾਡੇ ਵੱਡੇ ਸਨ ਬਾਬੇ ਸੱਚਨਾਰਾਇਣ ਸੱਚ ਜੀ, ਉਹਨਾਂ ਨੇ 12 ਸਾਲ ਸੇਵਾ ਕੀਤੀ ਬਾਬੇ ਅਮਰਦਾਸ ਜੀ ਦੀ ਤੇ ਜੋੜਾ ਪ੍ਰਾਪਤ ਕੀਤਾ। ਜਿਸ ਤਰ੍ਹਾਂ ਕਿ 12 ਸਾਲ ਸੇਵਾ ਕਰਨ ਤੋਂ ਬਾਅਦ ਜੋੜਾ ਸਾਹਿਬ ਪ੍ਰਾਪਤ ਹੋਇਆ, ਉਸ ਤੋਂ ਅੱਗੇ ਦਾ ਇਤਿਹਾਸ ਕੀ ਰਹਿੰਦਾ ਸੀ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਸੇਵਾਦਾਰ ਅੰਮ੍ਰਿਤਪਾਲ ਸਿੰਘ ਮੱਲ ਜੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਭਾਈ ਸਾਹਿਬ, ਜਿਸ ਤਰ੍ਹਾਂ ਕਿ 12 ਸਾਲ ਸੇਵਾ ਕਰਨ ਤੋਂ ਬਾਅਦ ਇਹ ਜੋੜਾ ਸਾਹਿਬ ਜਿਹੜਾ ਗੁਰੂ ਸਾਹਿਬ ਦਾ ਮਿਲਿਆ, ਹੋਰ ਕਿੰਨਾ ਕੁ ਵਿਲੱਖਣ ਇਤਿਹਾਸ ਹੈ ਇਸ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਜੀ ਦਰਸ਼ਨ ਕਰ ਰਹੇ ਹੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਜੋੜਾ ਸਾਹਿਬ ਦੇ। ਇਤਿਹਾਸ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਮਰੱਥ ਗੁਰੂ ਸਨ। ਜਿਸ ਕਿਸੇ ਨੂੰ ਵੀ ਮਿਹਰ ਦੀ ਨਿਗਾਹ ਨਾਲ ਦੇਖਦੇ ਸਨ, ਉਸ ਨੂੰ ਕੋਈ ਵੀ ਦੁੱਖ ਹੁੰਦਾ ਸੀ ਉਹ ਠੀਕ ਹੋ ਜਾਂਦਾ ਸੀ। ਇਹਨਾਂ ਦਿਨਾਂ ਵਿੱਚ ਜੋ ਸਾਡੇ ਬਜ਼ੁਰਗ ਸਨ, ਬਾਬਾ ਸਤਨ ਸੱਚ ਜੀ ਮੱਲ, ਇਹਨਾਂ ਨੂੰ ਹੰਜੀਰਾਂ ਦਾ ਰੋਗ ਹੋ ਗਿਆ। ਜੋ ਬਾਬਾ ਸਤਨ ਸੱਚ ਜੀ ਦਾ ਪਿੰਡ ਸੀ ਉਹ ਧੁੰਨੀ ਪਿੰਡ ਹਾਫਜ਼ਾਬਾਦ ਸ਼ਹਿਰ ਸੀ। ਇਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਗੋਂਦਵਾਲ ਸਾਹਿਬ ਗਏ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਇਹਨਾਂ ਦਾ ਦੁੱਖ ਦੂਰ ਹੋ ਗਿਆ। ਦੁੱਖ ਦੂਰ ਹੋਣ ਕਰਕੇ ਇਹ ਉੱਥੇ ਰਹਿ ਕੇ ਬਾਲਣ ਦੀ ਸੇਵਾ ਕਰਨ ਲੱਗ ਪਏ। ਸੇਵਾ 'ਚ ਜੁਟ ਗਏ। ਬਾਲਣ ਦੀ ਸੇਵਾ ਕਰਨੀ, ਬਿਆਸ ਦਰਿਆ ਤੋਂ ਸਾਰੇ ਬਾਲਣ ਧੋ ਕੇ ਲੈ ਆਉਣੇ। ਗੁਰੂ ਅਮਰਦਾਸ ਜੀ ਨੇ ਇਹਨਾਂ ਵੱਲ ਵੇਖ ਕੇ ਖੁਸ਼ ਹੋ ਕੇ ਮੱਲ ਦੀ ਪਦਵੀ ਬਖਸ਼ੀ। ਸੰਗਤਾਂ ਦੂਰੋਂ ਦੂਰੋਂ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗ ਗਈਆਂ। ਉਸ ਸਮੇਂ ਇੱਕ ਸਿੱਖ ਹੋਇਆ ਭਾਈ ਬਾਲੋ ਜੀ, ਜਿਨ੍ਹਾਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰਸ਼ਨਾਂ ਵਾਸਤੇ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਹਨ। ਬਾਲਣ ਦੀ ਕਮਤੀ ਹੋ ਰਹੀ ਹੈ, ਰਿਹਾਇਸ਼ ਦੀ ਕਮਤੀ ਹੋ ਰਹੀ ਹੈ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ, 5 ਸਿੰਘਾਂ ਨਾਲ ਜਥਾ ਤਿਆਰ ਕੀਤਾ। ਜਿਸ ਜਥੇ ਦਾ ਮੋਢੀ ਭਾਈ ਸੌਣ ਮੱਲ ਗੁਰੂ ਅਮਰਦਾਸ ਜੀ ਦਾ ਭਤੀਜਾ ਸੀ, ਜਿਨ੍ਹਾਂ ਵਿੱਚ ਬਾਬਾ ਸਤਨ ਸੱਚ ਜੀ ਵੀ ਮੌਜੂਦ ਸਨ। ਜਥੇ ਨੂੰ ਤੋਰਨ ਲੱਗਿਆਂ ਗੁਰੂ ਅਮਰਦਾਸ ਜੀ ਨੇ ਭਾਈ ਸੌਣ ਮੱਲ ਜੀ ਨੂੰ ਰੁਮਾਲ ਬਖਸ਼ਿਸ਼ ਕੀਤਾ ਅਤੇ ਹੁਕਮ ਕੀਤਾ, ਇਸ ਰੁਮਾਲ 'ਚ ਇੰਨੀ ਕੁ ਸ਼ਕਤੀ ਹੈ ਵੀ ਮਰੇ ਬੰਦੇ ਨੂੰ ਇਹ ਜਵਾ ਸਕਦਾ ਹੈ। ਉਹ ਜਥਾ ਰਵਾਨਾ ਹੋਇਆ। ਚੱਲਦਾ ਚੱਲਦਾ ਉਹ ਜਥਾ ਅਸਕੇਤ ਮੰਡੀ ਹਿਮਾਚਲ ਪ੍ਰਦੇਸ਼ ਵਿਖੇ ਪਹੁੰਚਿਆ, ਜਿੱਥੋਂ ਦਾ ਰਾਜਾ ਹਰੀ ਸੈਨ ਸੀ। ਉਹ ਰਾਜਾ ਜੋ ਹਰੀ ਸੈਨ ਰਾਜਾ ਸੀ, ਉਹ ਹਿੰਦੂ ਮਤ ਦਾ ਰਾਜਾ ਸੀ। ਜਦ ਸਿੱਖ ਉਸ ਰਾਜੇ ਦੇ ਨਗਰ ਕੋਲ ਪਹੁੰਚੇ, ਉਹਨਾਂ ਤੰਬੂ ਕੀਤਾ, ਆਪਦਾ ਲੰਗਰ ਪਾਣੀ ਤਿਆਰ ਕੀਤਾ। ਉਹ ਜੋ ਰਾਜਾ ਸੀ ਉਹ ਕੋਈ ਆਪਦਾ ਇੱਕ ਦਿਨ ਮਨਾਉਂਦਾ ਸੀ ਜਿਹਨੂੰ ਇਕਾਸ਼ੀ ਦਾ ਵਰਤ ਕਿਹਾ ਜਾਂਦਾ ਸੀ। ਜਿਸ ਦਿਨ ਉਹ ਨਗਰ ਦੇ ਵਿੱਚ ਅੱਗ ਨਹੀਂ ਬਾਲਦਾ ਸੀ। ਸਿੰਘਾਂ ਨੇ ਜਦੋਂ ਅੱਗ ਬਾਲ ਕੇ ਰਾਸ਼ਨ ਤਿਆਰ ਕੀਤਾ, ਲੰਗਰ ਪਾਣੀ ਤਿਆਰ ਕੀਤਾ, ਉਸ ਰਾਜੇ ਨੂੰ ਪਤਾ ਲੱਗਾ। ਉਸ ਨੇ ਉਹ 50 ਸਿੰਘਾਂ ਨੂੰ ਬੰਦੀ ਬਣਾ ਲਿਆ। ਉਸ ਰਾਜੇ ਦੇ 7 ਰਾਣੀਆਂ ਸਨ। 7 ਰਾਣੀਆਂ ਵਿੱਚੋਂ ਉਹਦਾ ਇੱਕ ਪੁੱਤਰ ਸੀ ਰੁਦਰ ਸੈਨ, ਜਿਸ ਦੀ ਅਚਾਨਕ ਹੀ ਮੌਤ ਹੋ ਗਈ। ਉਸ ਨੂੰ ਕਿਸੇ ਸਿਆਣੇ ਮੰਤਰੀ ਨੇ ਕਿਹਾ, ਜਿਨ੍ਹਾਂ ਸਿੱਖਾਂ ਨੂੰ ਤੂੰ ਕੈਦ ਕੀਤਾ ਹੈ ਤੇ ਕੋ ਭੁੱਲ ਹੋ ਗਈ ਹੈ, ਆਪਦੀ ਭੁੱਲ ਬਖਸ਼ਾ, ਉਸ ਸਿੰਘਾਂ ਤੋਂ ਮਾਫੀ ਮੰਗ। ਰਾਜਾ ਭੱਜਾ 50 ਸਿੰਘਾਂ ਕੋਲ ਆਇਆ, ਉਹਨੇ ਮਾਫੀ ਮੰਗੀ। ਭਾਈ ਸੌਣ ਮੱਲ ਜੀ ਉਸ ਬੱਚੇ ਦੇ ਕੋਲ ਆਏ, ਜਿਹੜਾ ਗੁਰੂ ਅਮਰਦਾਸ ਜੀ ਨੇ ਰੁਮਾਲ ਬਖਸ਼ਿਸ਼ ਕੀਤਾ ਸੀ। ਉਸ ਰੁਮਾਲ ਨੂੰ ਕੱਢਿਆ, ਜਪਜੀ ਸਾਹਿਬ ਦਾ ਪਾਠ ਕੀਤਾ, ਇੱਕ ਬਰਤਨ 'ਚ ਜਲ ਮੰਗਾਇਆ, ਉਸ ਰੁਮਾਲ ਦੀ ਕੰਨੀ ਡਬੋ ਕੇ ਉਸ ਬੱਚੇ ਦੇ ਮੂੰਹ 'ਚ ਪਾਈ ਤੇ ਕਿਹਾ, ਉੱਠ ਕੇ ਕਿਹਾ, ਸਤਨਾਮ ਸ਼੍ਰੀ ਵਾਹਿਗੁਰੂ। ਉਹ ਬੱਚਾ ਜੀਵਤ ਹੋ ਗਿਆ। ਗੁਰੂ ਅਮਰਦਾਸ ਦੀ ਕਿਰਪਾ ਹੋ ਗਈ। ਉਹ ਰਾਜਾ ਭਾਈ ਸੌਣ ਮੱਲ ਜੀ ਨੂੰ ਗੁਰੂ ਵਾਂਗੂ ਪੂਜਣ ਲੱਗਾ। ਉਸ ਦਾ ਬਰਾਬਰ ਤੇ ਆਸਣ ਲੱਗ ਗਿਆ। ਰਾਜੇ ਨੇ ਸਾਰੀ ਵਾਰਤਾਲਾਪ ਪੁੱਛੀ, ਭਾਈ ਤੁਸੀਂ ਕਿਉਂ ਆਏ ਹੋ, ਕੀ ਕਰਨ ਆਏ ਹੋ? ਸਿੰਘਾਂ ਨੇ ਸਾਰਾ ਕੁਝ ਦੱਸਿਆ ਵੀ ਅਸੀਂ ਬਾਲਣ ਲੈਣ ਆਏ ਹਾਂ, ਗੋਂਦਵਾਲ ਨਗਰ ਤੋਂ ਆਏ ਹਾਂ। ਰਾਜੇ ਨੇ ਸਾਰੀ ਬਾਲਣ ਦੀ ਸੇਵਾ ਆਪ ਕੀਤੀ। ਕੁਛ ਦਿਨ ਸਿੰਘ ਉੱਥੇ ਠਹਿਰੇ। 4 ਸਿੰਘ ਵਾਪਸ ਆ ਗਏ ਤੇ ਰਾਜੇ ਨੇ ਬੇਨਤੀ ਕੀਤੀ ਭਾਈ ਸੌਣ ਮੱਲ ਨੂੰ ਵੀ ਭਾਈ ਸਾਹਿਬ ਜੀ ਆਪ ਇੱਥੇ ਠਹਿਰੋ, ਸੰਗਤਾਂ ਨੂੰ ਦਰਸ਼ਨ ਕਰੋ। ਭਾਈ ਸੌਣ ਮੱਲ ਜੀ ਉੱਥੇ ਠਹਿਰ ਗਏ। 4 ਸਿੰਘ ਵਾਪਸ ਆ ਗਏ। ਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਸੌਣ ਮੱਲ ਕਿੱਥੇ ਹੈ? ਸਿੰਘਾਂ ਨੇ ਦੱਸਿਆ, ਭਾਈ ਗੁਰੂ ਸਾਹਿਬ ਜੀ ਉੱਥੇ ਠਹਿਰ ਗਿਆ ਹੈ। ਗੁਰੂ ਅਮਰਦਾਸ ਜੀ ਨੇ ਕੌਤਕ ਵਿਖਾਇਆ, ਉਸ ਰੁਮਾਲ 'ਚੋਂ ਸ਼ਕਤੀ ਖਿੱਚ ਲਈ। ਭਾਈ ਸੌਣ ਮੱਲ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ। ਉਹ ਰਾਜੇ ਨੂੰ ਉਸਨੇ ਬੇਨਤੀ ਕੀਤੀ ਵੀ ਮੇਰੇ ਤੋਂ ਗਲਤੀ ਹੋ ਗਈ ਹੈ, ਮੇਰੇ ਤੋਂ ਉੱਤੇ ਵੀ ਇੱਕ ਗੁਰੂ ਹੈ, ਆਪਾਂ ਉਹਦੇ ਕੋਲ ਚੱਲੀਏ, ਆਪਣੀ ਭੁੱਲ ਬਖਸ਼ਾਈਏ। ਰਾਜਾ ਆਪਦੀ ਰਾਜਾ ਪ੍ਰਦਾ ਸਮੇਤ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਗੋਂਦਵਾਲ ਸਾਹਿਬ ਆ ਪੁੱਜਾ। ਭਾਈ ਸੌਣ ਮੱਲ ਜੀ ਨੇ ਪਹਿਲਾਂ ਗੁਰੂ ਸਾਹਿਬ ਕੋਲ ਆਪਦੀ ਗਲਤੀ ਬਖਸ਼ੀ, ਗਲਤੀ ਦਾ ਮਾਫੀ ਮੰਗੀ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਸ ਨੂੰ ਮਾਫ ਕਰ ਦਿੱਤਾ। ਫਿਰ ਉਹਨਾਂ ਬੇਨਤੀ ਕੀਤੀ ਵੀ ਰਾਜਾ ਦਰਸ਼ਨਾਂ ਵਾਸਤੇ ਆਇਆ ਹੈ। ਗੁਰੂ ਸਾਹਿਬ ਜੀ ਦਾ ਹੁਕਮ ਸੀ ਵੀ ਕਿਸੇ ਨੇ ਵੀ ਦਰਬਾਰ 'ਚ ਠਾਠ ਬਾਠ ਕਰਕੇ ਨਹੀਂ ਆਉਣਾ, ਹਾਰ ਸ਼ਿੰਗਾਰ ਕਰਕੇ ਨਹੀਂ ਆਉਣਾ, ਜਿਹਨੇ ਵੀ ਆਉਣਾ ਚਿੱਟੇ ਸਫੇਦ ਵਸਤਰਾਂ 'ਚ ਆਉਣਾ ਹੈ।
ਉਸ ਰਾਜੇ ਦੀਆਂ 7 ਰਾਣੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਰਾਣੀ ਨਵੀਂ ਵਿਆਹੀ ਸੀ। ਜਦੋਂ ਉਹ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਆਈ, ਉਸ ਨੂੰ ਚੇਤਾ ਭੁੱਲ ਗਿਆ। ਉਸ ਨੇ ਹਾਰ ਸ਼ਿੰਗਾਰ ਕਰ ਲਿਆ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਣ ਲੱਗੀ ਤੇ ਉਸ ਨੇ ਘੁੰਡ ਕੱਢ ਲਿਆ ਵੀ ਮੇਰਾ ਮੁੱਖ ਕੋਈ ਨਾ ਦੇਖੇਗਾ। ਗੁਰੂ ਜੀ ਦੇ ਮੁੱਖ ਵਿੱਚੋਂ ਸਹਿਜ ਸੁਭਾਏ ਬਚਨ ਨਿਕਲੇ, ਇਹ ਚੱਲੀ ਕਿਉਂ ਆਈ ਹੈ ਜਿਸ ਨੂੰ ਸਾਡੇ ਦਰਸ਼ਨਾਂ ਦੀ ਪਿਆਸ ਨਹੀਂ ਸੀ। ਗੁਰੂ ਸਾਹਿਬ ਜੀ ਦੇ ਬਚਨ ਨਿਕਲਣ ਦੀ ਢੇਰ ਸੀ। ਉਹ ਰਾਣੀ ਚੱਲੀ ਹੋ ਗਈ, ਵਸਤਰ ਫਾੜ ਕੇ, ਵਾਰ ਖਿਲਾਰ ਕੇ ਜੰਗਲਾਂ ਨੂੰ ਭੱਜ ਗਈ। ਰਾਜਾ ਕੁਝ ਦਿਨ ਉੱਥੇ ਠਹਿਰਿਆ। ਉਹ ਆਪਦੇ ਨਗਰ ਹਿਮਾਚਲ ਪ੍ਰਦੇਸ਼ ਨੂੰ ਵਾਪਸ ਆ ਗਿਆ। ਜੋ ਸਾਡੇ ਬਜ਼ੁਰਗ ਸਨ, ਬਾਬਾ ਸਤਨ ਸੱਚ ਜੀ, ਉਹ ਬਾਲਣ ਦੀ ਸੇਵਾ ਕਰਦੇ ਸਨ, ਜੰਗਲ ਵਿੱਚ ਉਹ ਬਾਲਣ ਲੈਣ ਜਾਂਦੇ ਸਨ। ਇੱਕ ਦਿਨ ਉਹ ਬਾਲਣ ਲੈਣ ਗਏ, ਉਹ ਰਾਣੀ ਭੱਜੀ ਆਈ, ਸਾਡੇ ਬਜ਼ੁਰਗ ਦੇ ਗਲ ਪੈ ਗਈ, ਉਸ ਨੂੰ ਨਿਮਦਰਾ ਮਾਰਨ ਲੱਗ ਪਈ, ਖੂਨ ਸਿਮਣ ਲੱਗ ਪਿਆ। ਥੋੜਾ ਕੁ ਬਾਲਣ ਲੈ ਕੇ ਸਾਡੇ ਬਜ਼ੁਰਗ ਆਪਦੀ ਜਾਨ ਛੁਡਾ ਕੇ ਗੁਰੂ ਸਾਹਿਬ ਜੀ ਕੋਲ ਪੇਸ਼ ਹੋਏ। ਜਦੋਂ ਗੁਰੂ ਸਾਹਿਬ ਜੀ ਕੋਲ ਪੇਸ਼ ਹੋਏ, ਗੁਰੂ ਸਾਹਿਬ ਜੀ ਨੇ ਕਿਹਾ, ਸੱਚਨ ਸੱਚ ਕੀ ਗੱਲ ਹੈ, ਬਲਾ ਡਰਿਆ ਹੋਇਆ ਹੈ, ਬਾਲਣ ਵੀ ਅੱਜ ਥੋੜਾ ਲੈ ਕੇ ਆਇਆ ਹੈ। ਉਸ ਰਾਣੀ ਦੀ ਹਾਲਤ ਇੰਨੀ ਕੁ ਮਾੜੀ ਸੀ, ਉਹ ਬੁਲਾਲ ਲੱਗ ਰਹੀ ਸੀ, ਭੂਤਨੀ ਲੱਗ ਰਹੀ ਸੀ। ਭਾਈ ਸੱਚਨ ਸੱਚ ਜੀ ਨੇ ਗੁਰੂ ਅਮਰਦਾਸ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਅੱਜ ਜੰਗਲ ਵਿੱਚ ਮੈਨੂੰ ਬਲਾ ਪੈ ਗਈ। ਗੁਰੂ ਸਾਹਿਬ ਜੀ ਨੇ ਹੱਸ ਕੇ ਕਿਹਾ, ਡਰ ਨਾ, ਉਹ ਹਰੀਪੁਰ ਰਾਜੇ ਦੀ ਰਾਣੀ ਹੈ। ਜਦ ਕੱਲ੍ਹ ਨੂੰ ਜਾਏਗਾ ਤੇ ਸਾਡੇ ਚਰਨਾਂ ਦਾ ਜੋੜਾ ਲੈ ਜਾਈ, ਉਹਦੇ ਮਸਤਕ ਨੂੰ ਲਾ ਦੇਈਂ, ਉਹ ਠੀਕ ਹੋ ਜਾਵੇਗੀ। ਅਗਲੇ ਦਿਨ ਜਦ ਭਾਈ ਸੱਚਨ ਸੱਚ ਜੀ ਜੰਗਲਾਂ ਨੂੰ ਲੱਕੜਾਂ ਲੈਣ ਵਾਸਤੇ ਗਏ, ਗੁਰੂ ਸਾਹਿਬ ਕੋਲ ਪੇਸ਼ ਹੋਏ। ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਜੋੜਾ ਬਖਸ਼ਿਆ। ਜਦੋਂ ਰਾਣੀ ਫਿਰ ਅਗਲੇ ਦਿਨ ਆਈ ਤੇ ਭਾਈ ਸੱਚਨ ਸੱਚ ਜੀ ਨੇ ਜੋੜਾ ਉਹਦੇ ਮਸਤਕ ਨਾਲ ਲਾਇਆ। ਜੋੜਾ ਸਭ ਲਾਉਂਦਿਆਂ ਹੀ ਉਹ ਰਾਣੀ ਠੀਕ ਹੋ ਗਈ, ਉਹਨੂੰ ਸੁੱਧ ਬੁੱਧ ਆ ਗਈ। ਅੰਗ ਤੇ ਕੱਪੜੇ ਨਾ ਹੋਣ ਕਰਕੇ, ਪਾਗਲਪਨ ਦੀ ਅਵਸਥਾ ਹੋਣ ਕਰਕੇ ਉਹ ਝਾੜੀਆਂ 'ਚ ਲੁੱਕ ਕੇ ਬਹਿ ਗਈ। ਸਾਡੇ ਬਜ਼ੁਰਗ ਨੇ ਦੂਰੋਂ ਚਾਦਰ ਸੁੱਟੀ। ਉਸ ਰਾਣੀ ਨੇ ਆਪਦਾ ਬਦਨ ਕੱਜਿਆ। ਉਹਨੇ ਫਿਰ ਜ਼ਿਕਰ ਕੀਤਾ, ਹੈ ਭਾਈ ਮੈਨੂੰ ਗੁਰੂ ਕੋਲ ਲੈ ਚੱਲ, ਮੈਂ ਆਪਦੀ ਗਲਤੀ ਦੀ ਮਾਫੀ ਮੰਗਣੀ ਹੈ। ਕੁਛ ਕੁ ਬਾਲਣ ਉਸ ਰਾਣੀ ਨੇ ਚੱਕਿਆ, ਕੁਛ ਸਾਡੇ ਬਜ਼ੁਰਗ ਨੇ ਚੱਕਿਆ। ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਹਾਜ਼ਰ ਹੋਏ। ਗੁਰੂ ਸਾਹਿਬ ਜੀ ਦੇ ਮੁੱਖ 'ਚ ਵਚਨ ਨਿਕਲੇ, ਜੋੜੀ ਬੜੀ ਫੱਬੀ ਹੈ। ਪਰ ਸਾਡੇ ਬਜ਼ੁਰਗ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਵਿਆਹ ਵਰਿਆ ਹਾਂ, ਬਾਲ ਬੱਚੇਦਾਰ ਹਾਂ, ਮੇਰਾ ਪਹਿਲਾਂ ਵੀ ਪਰਿਵਾਰ ਹੈ। ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਇਹ ਤੇਰੀ ਹੈ, ਤੈਨੂੰ ਲੈ ਕੇ ਜਾਣੀ ਹੈ। ਫਿਰ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਆਪਦੇ ਚਰਨਾਂ ਦੇ ਦੋਵੇਂ ਜੋੜੇ ਬਖਸ਼ੇ ਅਤੇ ਗੁਰੂ ਘਰ ਦਾ ਪ੍ਰਚਾਰਕ ਥਾਪਿਆ। ਗੁਰੂ ਸਾਹਿਬ ਜੀ ਨੇ 22 ਪ੍ਰਚਾਰਕ ਥਾਪੇ ਨੇ, ਜਿਨ੍ਹਾਂ ਵਿੱਚੋਂ 9ਵੇਂ ਪ੍ਰਚਾਰਕ ਸਾਡੇ ਵੱਡੇ ਹੋਏ ਨੇ ਬਾਬਾ ਸੱਚਨ ਸੱਚ ਜੀ। ਜਦੋਂ ਬਖਸ਼ਿਸ਼ਾਂ ਲੈ ਕੇ ਘਰ ਵਾਪਸ ਆਏ, ਜੋ ਪਹਿਲੀ ਮਾਤਾ ਸੀ, ਇੱਕ ਚਰਨਾਂ ਦਾ ਜੋੜਾ ਲੈ ਕੇ ਆਪਦੇ ਪਿੰਡ ਮੱਦਰ ਚਲੇਗੀ, ਜੋ ਮੱਦਰਾਂ ਵਾਲੇ ਮੱਲ ਵੱਜਦੇ ਹਨ। ਇਸ ਟਾਈਮ ਉਹ ਸ਼ਹਿਰ ਖਨੌਰੀ ਪਿੰਡ ਪਿੱਪਲਥਾ ਵਿਖੇ ਮੌਜੂਦ ਹੈ। ਇੱਕ ਜੋੜਾ ਸਾਹਿਬ ਇੱਥੇ ਮੌਜੂਦ ਹੈ, ਇੱਕ ਜੋੜਾ ਸਾਹਿਬ ਉੱਥੇ ਮੌਜੂਦ ਹੈ। ਸਾਰਾ ਮੱਲ ਪਰਿਵਾਰ, ਸਮੂਹ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ। ਇਹ ਸਾਲ 'ਚ ਕਦੇ ਕੋਈ ਭਾਈ ਸਾਹਿਬ ਅਜਿਹਾ ਦਿਨ ਵੀ ਆਉਂਦਾ ਜਦੋਂ ਦੋਨਾਂ ਜੋੜਾ ਸਾਹਿਬ ਨੂੰ ਇਕੱਠਾ ਕੀਤਾ ਜਾਂਦਾ ਹੋਵੇ? ਹਾਂਜੀ, ਸਾਲ ਦੇ ਵਿੱਚ ਜੀ ਅਸੀਂ ਇਸ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਦੋਵਾਂ ਜੋੜਾ ਸਾਹਿਬ ਨੂੰ 2 ਵਾਰੀ ਇਕੱਠੇ ਕਰਦੇ ਹਨ, ਜਦੋਂ ਦੋਵੇਂ ਸਥਾਨਾਂ ਤੇ ਜੋੜ ਮੇਲੇ ਹੁੰਦੇ ਹਨ। 28 ਅੱਸੂ ਨੂੰ ਪਿੰਡ ਦੁਲਚੀ ਕੇ ਸ਼ਹਿਰ ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਵਾਰ ਜੋ ਸਾਲਾਨਾ ਜੋੜ ਦੀ ਮਿਤੀ ਹੈ ਉਹ 13 ਅਕਤੂਬਰ ਹੈ ਜੀ। ਅਸੀਂ ਦੂਸਰੀ ਵਾਰ 7 ਚੇਤ ਨੂੰ ਪਿੰਡ ਪਿੱਪਲਥਾ ਖਨੌਰੀ ਸ਼ਹਿਰ, ਜ਼ਿਲ੍ਹਾ ਜੀਂਦ ਵਿੱਚ ਗੁਰੂ ਸਾਹਿਬ ਜੀ ਦੇ ਦੋਵੇਂ ਜੋੜੇ ਇਕੱਠੇ ਕੀਤੇ ਜਾਂਦੇ ਹਨ। ਤੇ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਗੁਰੂ ਸਾਹਿਬ ਦੀ ਜੋ ਖੜਾਮ ਹੈ ਉਸ ਨੂੰ ਚਾਂਦੀ ਦੇ ਵਿੱਚ ਮੜਾਇਆ ਗਿਆ, ਉਸ ਦਾ ਕੀ ਕਾਰਨ ਹੈ? ਸਾਨੂੰ ਜੀ ਪਾਕਿਸਤਾਨ ਆਇਆ ਨੂੰ 4ਥੀ ਪੀੜ੍ਹੀ ਹੋਈ ਹੈ। ਮੇਰੇ ਪੜਦਾਦਾ ਜੀ ਜੋ ਸਰਦਾਰ ਜਗੀਰ ਸਿੰਘ ਜੀ, ਉਹ ਪਾਕਿਸਤਾਨੋਂ ਆਏ ਸਨ। ਜਦੋਂ ਭਾਰਤ ਪਾਕਿਸਤਾਨ ਦਾ ਰੌਲਾ ਪਿਆ, ਬਜ਼ੁਰਗਾਂ ਨੇ ਸਲਾਹ ਕਰਕੇ ਜੋੜਾ ਸਾਹਿਬ ਨੂੰ ਘੜੇ 'ਚ ਪਾ ਕੇ ਨਾਪਣ ਦਾ, ਮਹੀਨਾ ਡੇਢ ਘੜੇ ਵਿੱਚ ਦਬਿਆ ਰਹਿਣ ਕਰਕੇ ਕਿਤੇ ਨੂੰ ਸਲਾਬ ਚੜ੍ਹ ਗਈ, ਇੱਕ ਮੁੜਕਾ ਛੱਡ ਗਿਆ। ਮਹੀਨੇ ਡੇਢ ਬਾਅਦ ਜਦ ਪੱਟ ਕੇ ਲਿਆਂਦਾ ਤੇ 30-35 ਸਾਲ ਬੜਾ ਵਧੀਆ ਰਿਹਾ ਜੀ। ਫਿਰ ਸਮੇਂ ਅਨੁਸਾਰ ਇਹ ਜੀ ਭੁਰਨਾ ਸ਼ੁਰੂ ਹੋ ਗਿਆ। ਸਾਰੇ ਪਰਿਵਾਰ ਨੇ ਸਲਾਹ ਕਰਕੇ ਗੁਰੂ ਸਾਹਿਬ ਦੇ ਜੋੜੇ ਨੂੰ ਚਾਂਦੀ ਵਿੱਚ ਮੜ ਦਿੱਤਾ ਜੀ। ਬਿਲਕੁਲ ਅਪਾਰ ਬਖਸ਼ਿਸ਼ਾਂ ਇਸ ਪਵਿੱਤਰ ਸਥਾਨ ਨੂੰ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਇੱਥੇ ਨੇ, ਇੱਕ ਖੜਾ ਇੱਥੇ ਹੈ ਤੇ ਇੱਕ ਇਹਨਾਂ ਦੇ ਵੰਸ਼ਿਸ਼ ਦੇ ਵਿੱਚੋਂ ਇਹਨਾਂ ਦਾ ਜਿਹੜਾ ਦੂਸਰਾ ਭਰਾ ਉਹਨਾਂ ਦੇ ਕੋਲ ਹੈ। ਸਾਲ ਦੇ ਵਿੱਚ ਇੱਕ ਵਾਰ ਹੈ ਜਿਹੜੇ ਦੋਵੇਂ ਜੋੜਾ ਸਾਹਿਬ ਨੇ ਇਕੱਠੇ ਹੁੰਦੇ ਨੇ। ਵੱਡੀ ਤਾਦਾਦ ਵਿੱਚ ਸੰਗਤ ਇੱਥੇ ਪਹੁੰਚਦੀ ਹੈ, ਸਿਹਤਯਾਬ ਹੋ ਕੇ ਮੁੜਦੀ ਹੈ। ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦਾ ਨਾਮ ਪਾਹਨ ਸਾਹਿਬ, ਸ੍ਰੀ ਪਾਹਨ ਸਾਹਿਬ ਸੱਚੀ ਮੰਜੀ ਸਾਹਿਬ, ਪਿੰਡ ਦੁਲਚੀ ਕੇ, ਜ਼ਿਲ੍ਹਾ ਫਿਰੋਜ਼ਪੁਰ ਹੈ। ਗੁਰਦੁਆਰਾ ਸਾਹਿਬ ਦਾ ਨਾਮ ਤੁਹਾਨੂੰ ਫਿਰ ਤੋਂ ਦੱਸਦੀ ਹਾਂ ਕਿ ਸ੍ਰੀ ਪਾਹਨ ਸਾਹਿਬ ਸੱਚੀ ਮੰਜੀ ਸਾਹਿਬ। ਤੇ ਸੱਚੀ ਮੰਜੀ ਸਾਹਿਬ ਤੋਂ ਕੀ ਮਤਲਬ ਹੈ ਬਾਬਾ ਜੀ, ਇਸ ਦਾ ਸਾਨੂੰ ਵਿਸਥਾਰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਦੋਂ ਗੁਰਬਾਣੀ ਦੀ ਰਚਨਾ ਕਰਨ ਲੱਗੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਤੇ ਰੀਸ ਦੇ ਨਾਲ ਹੋਰ ਵੀ ਬਾਣੀਆਂ ਰਚਣ ਲੱਗ ਪਏ ਲੋਕ। ਤੇ ਮੰਜੀਆਂ ਬਖਸ਼ੀਆਂ ਗੁਰੂ ਨਾਨਕ ਤੋਂ ਇਹ ਪਰੰਪਰਾ ਚੱਲੀ ਸੀ। ਜਿਹੜੇ ਬੰਦੇ ਨੂੰ ਕੋਈ ਸਮਝ ਆਉਂਦੀ ਸੀ, ਗੁਰੂ ਘਰ ਦੀ ਗੱਲ ਕਰ ਸਕਦਾ ਸੀ, ਉਹਨੂੰ ਗੁਰੂ ਨਾਨਕ ਜੀ ਮੰਜੀ ਬਖਸ਼ ਦਿੰਦੇ। ਦਾ ਮਤਲਬ ਹੁੰਦਾ ਹੈ ਪ੍ਰਚਾਰਕ ਥਾਪਣਾ, ਪਰਮੇਸ਼ਰ ਨਾਲ ਜੋੜਨਾ ਲੋਕਾਂ ਨੂੰ। ਫਿਰ ਮੰਜੀਆਂ ਜਦੋਂ ਪਰੰਪਰਾ ਗੁਰੂ ਅਮਰਦਾਸ ਜੀ ਨੇ ਵੱਡੇ ਲੈਵਲ 'ਤੇ ਚਲਾਈ, ਕਿਉਂਕਿ ਉਹਨਾਂ ਸਰੀਰ ਬਿਰਧ ਸੀ, ਉਹਨਾਂ ਸਿੱਖਾਂ ਦੀ ਡਿਊਟੀ ਲਾਈ, ਤੁਸੀਂ ਗੁਰੂ ਘਰ ਨਾਲ ਸੰਗਤ ਨੂੰ ਜੋੜਿਆ ਕਰੋ ਜਾ ਕੇ ਵੱਖ-ਵੱਖ ਇਲਾਕਿਆਂ 'ਚ। ਰੀਸ ਦੇ ਨਾਲ ਮੰਜੀਆਂ ਹੋਰ ਚਲਾਉਣ ਲੱਗ ਪਿਆ ਆਪੋ ਆਪਣੀਆਂ, ਪ੍ਰਚਾਰਕ ਹੋਰ ਬਣ ਗਿਆ ਰੀਸ ਨਾਲ, ਬਾਣੀਆਂ ਵੀ ਹੋਰ ਖਿੱਚਣ ਲੱਗ ਪਈਆਂ।
ਗੁਰੂ ਅਮਰਦਾਸ ਜੀ ਨੂੰ ਇਸ ਪਾਸੇ ਬਹੁਤ ਧਿਆਨ ਦੇਣਾ ਪਿਆ। ਉਹਨਾਂ ਫਿਰ ਆਖਿਆ ਜਿਹੜੀ ਅਸੀਂ ਮੰਜੀ ਜਿਹਨੂੰ ਬਖਸ਼ਾਂਗੇ ਉਹ ਸੱਚੀ ਹੋਵੇਗੀ, ਜਿਹਨੂੰ ਅਸੀਂ ਬਖਸ਼ਾਂਗੇ। ਇਸ ਕਰਕੇ ਉਹਨੂੰ ਸੱਚੀ ਮੰਜੀ ਆਖਿਆ, ਕਿਉਂ ਝੂਠੀਆਂ ਮੰਜੀਆਂ ਨਾਲ ਚੱਲ ਪਈਆਂ। ਝੂਠੀਆਂ ਬਾਣੀਆਂ ਜਿਹੜੀਆਂ ਨਹੀਂ ਸਨ ਮੇਲ ਖਾਂਦੀਆਂ ਗੁਰੂ ਘਰ ਨਾਲ, ਉਹ ਬਾਣੀਆਂ ਵੀ ਚੱਲੀਆਂ। ਤੇ ਫਿਰ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਬਹੁਤ ਜ਼ੋਰ ਦਿੱਤਾ, ਗੁਰੂ ਬਾਝੋਂ ਹੋਰ ਕੱਚੀ ਬਾਣੀ ਤੇ ਝੂਠੀਆਂ ਮੰਜੀਆਂ ਤੇ ਝੂਠੀਆਂ ਹੀ ਬਾਣੀਆਂ। ਇਹ ਤੇ ਤੁਸੀਂ ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਇਸ ਪਾਸੇ ਧਿਆਨ ਰੱਖਦੇ ਨੇ, ਉਹ ਮੇਰੀ ਗੱਲ ਨਾਲ ਸਹਿਮਤ ਹੋਣਗੇ। ਜਿਹੜੇ ਇਤਿਹਾਸ ਪੜ੍ਹੇ ਨੇ ਜਾਂ ਗੁਰੂ ਘਰ ਨੂੰ ਜਾਣਦੇ ਨੇ, ਗੱਲਾਂ ਗੁਰੂ ਘਰ ਦੀਆਂ, ਇਹ ਤਾਂ ਹੀ ਸੱਚੀ ਮੰਜੀ ਤੇ ਸੱਚੀ ਬਾਣੀ ਗੁਰੂ ਅਮਰਦਾਸ ਜੀ ਨੇ ਆਖਿਆ ਸੀ। ਇਹਦੀ ਅਗਾਂਹ ਵਜੀ ਆਪਣੀ ਥੋੜ੍ਹੀ ਜਿਹੀ ਗੱਲ ਦੱਸਣਾ। ਅਗਾਂਹ ਵੱਧਦਾ ਕੰਮ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਹੋਣ ਦਾ ਕਾਰਨ ਵੀ ਬਣਿਆ, ਜਿਹੜੇ ਬਾਣੀਆਂ ਉਹਨਾਂ ਵਿੱਚ ਦਰਜ ਨਾ ਕੀਤੀਆਂ ਕੱਚੀਆਂ ਗੁਰੂ ਅਰਜਨ ਦੇਵ ਜੀ ਨੇ, ਪੜ੍ਹੇ ਲਿਖੇ ਸੰਗਤਾਂ ਜਾਣਦੀਆਂ ਨੇ, ਤਾਂ ਕਰਕੇ ਸੱਚੀ ਮੰਜੀ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਵੀ ਇਹ ਸੱਚੀ ਮੰਜੀ ਜਿਹੜੀ ਅਸੀਂ ਬਖਸ਼ੀ ਹੈ, ਦੂਜੀਆਂ ਨਾ ਮੰਨੋ, ਨਾ ਦੂਜੀ ਬਾਣੀ ਮੰਨੋ, ਉਹ ਕੱਚੀਆਂ ਬਾਣੀਆਂ ਨੇ, ਕੱਚੀਆਂ ਹੀ ਮੰਜੀਆਂ ਨੇ। ਹਾਂ, ਇਹਦਾ ਮਤਲਬ ਇਹ ਹੁੰਦਾ ਮੰਜਾ ਕੋਈ ਆਉਣਿਆ ਨਹੀਂ ਸੀ ਬਖਸ਼ਿਆ। ਇਹ ਇੱਕ ਉਹਦਾ ਹੁੰਦਾ ਹੈ, ਇੱਕ ਮਤਲਬ ਇੱਕ ਪ੍ਰਚਾਰਕ ਸਾਹਬ ਦੇਣਾ, ਵੀ ਬਹਿ ਕੇ ਸੰਗਤਾਂ ਨੂੰ ਸਮਝਾਉਣਾ, ਮੰਜੇ ਦਾ ਇਹ ਮਤਲਬ ਹੁੰਦਾ ਹੈ। ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪ੍ਰਚਾਰਕ ਥਾਪਿਆ ਗਿਆ, ਮਤਲਬ ਮੰਜੀ ਥਾਪਣਾ, ਮੰਜੀ ਦੇਣਾ ਮਤਲਬ ਪ੍ਰਚਾਰਕ ਥਾਪਣਾ, ਕਿ ਸਿੱਖ ਧਰਮ ਦਾ ਪ੍ਰਚਾਰ ਕਰੋ। ਸਾਡੇ ਨਾਲ ਕੁਝ ਹੋਰ ਸੇਵਾਦਾਰ ਵੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਸਾਡੇ ਨਾਲ ਇੱਥੋਂ ਦੇ ਗ੍ਰੰਥੀ ਸਿੰਘ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਸੁਣਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਇੱਥੇ ਆਉਂਦੀ ਹੈ, ਕਿਸੇ ਨੂੰ ਹਲਕਾ ਹੁੰਦਾ ਹੈ, ਕਿਸੇ ਨੂੰ ਕੈਂਸਰ ਹੁੰਦਾ ਹੈ, ਕਿਸੇ ਨੂੰ ਪੱਥਰੀ ਦੀ ਬਿਮਾਰੀ ਹੁੰਦੀ ਹੈ। ਲੋਕ ਕਹਿੰਦੇ ਨੇ ਕਿ ਅਸੀਂ ਇੱਥੋਂ ਠੀਕ ਹੋ ਕੇ ਜਾਂਦੇ ਹਾਂ, ਕਿ ਜਿਸ ਤਰ੍ਹਾਂ ਵੱਡੇ ਵੱਡੇ ਹਸਪੀਟਲ 'ਚੋਂ ਵੀ ਜੋ ਲੋਕ ਠੀਕ ਨਹੀਂ ਹੁੰਦੇ ਉਹ ਇੱਥੇ ਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਸਾਹਿਬ ਜੀ ਦੀ ਬੜੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੈ ਜੀ ਇਸ ਅਸਥਾਨ ਨੂੰ। ਗੁਰੂ ਸਾਹਿਬ ਜੀ ਦਾ ਜੋੜਾ ਮੌਜੂਦ ਹੈ। ਬਹੁਤ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਹਨ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਗੁਰੂ ਸਾਹਿਬ ਜੀ ਦੇ ਦੋੜੇ ਦੇ ਦਰਸ਼ਨ ਕਰਕੇ ਰਾਜੀ ਹੋ ਕੇ ਜਾਂਦੀਆਂ ਹਨ ਜੀ। ਤੇ ਜਿਸ ਤਰ੍ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ, ਸਾਨੂੰ ਭਾਈ ਸਾਹਿਬ ਜੀ ਨੇ ਵੀ ਦੱਸਿਆ ਕਿ ਠੀਕ ਹੋ ਕੇ ਇੱਥੋਂ ਜਾਂਦੀ ਹੈ, ਤੇ ਹਲਕਾ ਕੈਂਸਰ, ਪੱਥਰੀ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਇੱਥੋਂ ਲੋਟ ਹੁੰਦੀਆਂ ਨੇ। ਤੇ ਸਾਡੇ ਨਾਲ ਇੱਥੋਂ ਦੇ ਗ੍ਰੰਥੀ ਸਿੰਘ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਜਿਸ ਤਰ੍ਹਾਂ ਕਿ ਲੋਕ ਕਹਿੰਦੇ ਨੇ ਕਿ ਕਿਸੇ ਨੂੰ ਹਲਕਾ ਸਹੀ ਹੋਇਆ, ਕਿਸੇ ਦੀ ਪੱਥਰੀ ਨਿਕਲੀ ਤੇ ਕਿਸੇ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਠੀਕ ਹੋਈ। ਬਹੁਤ ਵੱਡੇ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੋਇਆ, ਫਿਰ ਜਾ ਕੇ ਇੱਥੋਂ ਆਉਂਦੇ ਨੇ। ਅਸੀਂ ਅਜਿਹਾ ਸੁਣਿਆ ਕਿ ਇਹ ਇਸੇ ਤਰ੍ਹਾਂ ਵਾਕਈ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੈ ਜੀ ਇਸ ਅਸਥਾਨ ਨੂੰ। ਬਹੁਤ ਦੂਰ ਦੁਰਾਡੇ ਤੋਂ ਸੰਗਤਾਂ, ਬਾਹਰਲੇ ਦੇਸ਼ਾਂ 'ਚੋਂ ਸੰਗਤਾਂ ਇਸ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦੇ ਦਰਸ਼ਨ ਕਰਕੇ ਸਾਰੀ ਸੰਗਤ, ਬਹੁਤ ਸੰਗਤ ਸਾਡੇ ਅੱਖੀ ਵੇਖਣ ਦੀ ਗੱਲ ਹੈ ਜੀ। ਬੜੀਆਂ ਸੰਗਤਾਂ ਠੀਕ ਹੋਈਆਂ ਹਨ ਜੀ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ, ਬਹੁਤ ਅਪਾਰ ਕਿਰਪਾ ਹੈ ਜੀ। ਬਿਲਕੁਲ, ਗੁਰੂ ਸਾਹਿਬਾਨਾਂ ਦੀ ਲੀਲਾ ਅਪਰੰਪਾਰ ਹੈ। ਤੇ ਹੋਰ ਕੁਝ ਸਵਾਲ ਨੇ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਖੜੇ ਹੁੰਦੇ ਨੇ। ਕੁਝ ਅੱਜ ਕੱਲ੍ਹ ਦੇ ਅਜਿਹੇ ਲੋਕ ਵੀ ਨੇ ਜਿਹੜੇ ਨਹੀਂ ਮੰਨਦੇ। ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹੋਏ ਆ, ਅਜਿਹੀ ਗੱਲ ਤੇ ਨਹੀਂ ਕਰਨੀ ਚਾਹੀਦੀ। ਫਿਰ ਵੀ ਲੋਕਾਂ ਦੇ ਜਿਹੜੇ ਕੁਝ ਸ਼ੰਕੇ ਹੁੰਦੇ ਨੇ ਉਹਨਾਂ ਨੂੰ ਦੂਰ ਕਰਨ ਦਾ ਫਰਜ਼ ਬਣਦਾ ਹੈ। ਇਸ ਤਰ੍ਹਾਂ ਕਿ ਲੋਕ ਕਹਿ ਦਿੰਦੇ ਨੇ ਕਿ ਅਜਿਹਾ ਨਹੀਂ ਹੋ ਸਕਦਾ, ਸਾਇੰਸ ਨੇ ਬਹੁਤ ਤਰੱਕੀ ਕੀਤੀ, ਜੋ ਇਲਾਜ ਡਾਕਟਰਾਂ ਤੋਂ ਨਹੀਂ ਹੋਇਆ ਉਹ ਇਸ ਤਰ੍ਹਾਂ ਦੇ ਨਾਲ ਕਿਵੇਂ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀ, ਤੁਸੀਂ ਸਿਆਣੇ ਹੋ। ਜੇ ਆਪਾਂ ਚੰਡੀਗੜ੍ਹ ਕਿਸੇ ਮਰੀਜ਼ ਨੂੰ ਦਾਖਲ ਕਰਾਈਏ ਤੇ ਡਾਕਟਰ ਸਾਹਿਬ ਵੀ ਪਹਿਲਾਂ ਪਰਮੇਸ਼ਰ ਅੱਗੇ, ਉਸ ਪ੍ਰਮਾਤਮਾ ਅੱਗੇ, ਉਸ ਅੱਲਾਹ ਅੱਗੇ ਅਰਦਾਸ ਕਰਦੇ ਨੇ ਸਾਨੂੰ ਕਾਮਯਾਬੀ ਬਖਸ਼। ਉਹ ਮੰਨਦੇ ਨੇ ਵੀ ਜੇ ਪਰਮਾਤਮਾ ਚਾਹੇਗਾ ਤਾਂ ਮਰੀਜ਼ ਬਚੇਗਾ। ਸਾਡੀ ਡਿਊਟੀ ਗੁਰੂ ਅਮਰਦਾਸ ਜੀ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ, ਅਸੀਂ ਗੁਰੂ ਨਾਲ ਜੋੜਨੇ ਆ ਸੰਗਤ ਨੂੰ, ਤੇ ਸਾਰਾ ਕੁਝ ਦੱਸਦੇ ਹਾਂ। ਅਸੀਂ ਧਿਆਨ ਦਿਵਾਉਂਦੇ ਹਾਂ ਗੁਰਬਾਣੀ ਬਾਰੇ, ਸਾਖੀਆਂ 'ਚੋਂ ਦੱਸਦੇ ਹਾਂ ਭਈ ਗੁਰੂ ਵੇਖੋ ਕਿੱਡੇ ਸਮਰੱਥ ਹੋਏ, 250 ਸਾਲ ਉਹਨਾਂ ਆਪਾਂ ਨੂੰ ਕਿੰਨੇ ਕੌਤਕ ਵਿਖਾਏ। ਇਦੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਵੀ ਪਹਿਲਾਂ ਮਾਤਾ ਸਾਡੀ ਪਾਗਲ ਹੋ ਗਈ ਗੁਰੂ ਦੇ ਆਖਣ ਨਾਲ। ਗੁਰੂ ਬੜੇ ਨਾ ਬਹੁਤ ਨਰਮ ਦਿਲ ਸਨ, ਉਹਨਾਂ ਸਖਤੀ ਨਾਲ ਨਹੀਂ ਸੀ ਆਖਿਆ ਕਮਲੀਏ ਕਿਉਂ ਆਈ। ਉਹਨਾਂ ਬੜੇ ਪਿਆਰ ਨਾਲ, ਜਿਵੇਂ ਕਿ ਧੀ ਨੂੰ ਆਖੀ ਜਾਂਦਾ ਪੁੱਤਰ ਇਸ ਤਰ੍ਹਾਂ ਕਮਲੀਏ ਐਵੇਂ ਨਹੀਂ ਸੀ ਆਉਣਾ, ਬੜੇ ਪਿਆਰ ਨਾਲ ਆਖਿਆ ਸੀ। ਉਹ ਮੂੰਹ ਨਾਲ ਆਖਿਆ ਵੀ ਕਮਲੀਏ ਐਵੇਂ ਨਹੀਂ ਸੀ ਆਉਣਾ, ਜੋ ਕਮਲੀ ਹੋ ਗਈ ਸਾਹਬ ਨਹੀਂ ਦਿੱਤਾ ਬੱਚੇ ਨੂੰ, ਬਤਾ ਨਹੀਂ ਐਵੇਂ ਨਹੀਂ ਸੀ ਕਰਨਾ। ਤੇ ਫਿਰ ਜੋ ਠੀਕ ਹੋ ਗਈ, ਜੋੜਾ ਲਾਇਆ। ਤੇ ਇਹਦੇ ਬਾਰੇ ਉਹਨਾਂ ਜੇ ਕੋਈ ਸ਼ੰਕਾ ਕਰਦਾ ਤੇ ਉਹਦੀ ਮਰਜ਼ੀ ਹੈ। ਪਰ ਮੈਂ ਜਿੰਨੀ ਕੁ ਮੇਰੀ ਉਮਰ ਹੋ ਗਈ ਹੈ, ਮੇਰੇ ਵੇਖਣੇ 'ਚ ਮੇਰੀ ਗੁੜੀਆ ਦੇ ਚੰਬਲ ਹੋ ਗਈ ਸੀ ਪੈਰ 'ਤੇ। ਸਾਨੂੰ ਵਾਰ ਨੇ ਸਿਰਫ ਬਾਪੂ ਸਾਡੇ ਨੂੰ ਜੀਰਾ ਹਨ ਤੇ ਮਾਤਾ ਸਾਡੀ ਪਾਗਲ ਹੋ ਗਈ ਸੀ ਜਿਹਦੇ ਅਸੀਂ ਬੱਚਿਆਂ ਰਾਣੀ ਦੇ। ਤੇ 2 ਸਾਨੂੰ ਵਾਰ ਗੁਰੂ ਅਮਰਦਾਸ ਨੇ ਦਿੱਤੇ ਹਨ ਵੀ ਇਹ ਠੀਕ ਹੋ ਜਾਣਗੇ। ਪਰ ਜੇ ਕੋਈ ਸ਼ਰਧਾ ਨਾਲ ਇਹਦਾ ਪਾਗਲਪਨ ਤੇ ਲਗਾ ਇੱਕੋ ਹੀ ਇਹ ਬਿਮਾਰੀ ਹੈ। ਇਹ ਬਿਮਾਰੀ ਇੱਕੇ ਬਾਰੇ ਨੂੰ ਆਪਾਂ 2 ਨਾਂ ਦਿੱਤੇ ਨੇ, ਲਗਾ ਤੇ ਪਾਗਲਪਨ। ਬੰਦਾ ਵੀ ਚੱਕ ਵੜਦਾ ਹੈ, ਲਗਾ ਹੋ ਕੇ, ਤੇ ਡੰਗਰ ਕੁੱਤਾ ਵੀ ਚੱਕ ਵੜਦਾ ਹੈ। ਉਹਨਾਂ ਤੁਹਾਨੂੰ ਨਹੀਂ ਹੁੰਦਾ ਤੇ ਤੁਹਾਡੇ ਲੋਕ ਬਚਣਗੇ। ਬਾਕੀ ਜੇ ਕੋਈ ਸ਼ਰਧਾ ਨਾਲ ਗੁਰੂ ਘਰ ਏ, ਡਾਕਟਰਾਂ ਦਾ ਡਾਕਟਰ ਏ,
ਇਹ ਤੋਂ ਕੋਈ ਬਾਹਰ ਹੈਗੀ ਬਿਮਾਰੀ ਮੇਰੇ ਵੇਖਣ 'ਚ ਮੇਰੀ ਆਪਣੀ ਗੁੜੀਆ ਦੀ 13 ਸਾਲਾਂ ਦੀ ਸੀ ਜੋ ਪੈਰ ਤੇ ਚੰਬਲ ਸੀ ਮੈਂ ਲੱਖ ਰੁਪਏ ਸੱਟ ਰੱਖੀ ਜੇ ਕੋਈ ਪੈਰ ਪਛਾਣ ਜਾਵੇ ਚੰਬਲ ਕਰਤੇ ਸੀ ਜਿਹੜੀ ਬੀਬੀ ਦਾ ਲਕਾਟ ਆ ਉਹ ਵੀ ਮੈਂ ਵਿਖਾ ਸਕਣਾ ਸੰਗਤ ਨੂੰ ਜਿਹੜਾ ਇਹਦੇ 'ਚ ਹੋਈ ਉਹ ਬਾਹਰ ਕਮਾਈ ਕਰਨ ਫਿਰ ਟੁਰ ਗਿਆ ਮੌਤ ਦੇ ਮੂੰਹ 'ਚੋਂ ਨਿਕਲਿਆ ਇੱਥੇ ਆ ਕੇ ਹੁਣ ਗੱਫੇ ਕਰ ਨੇ ਗੋਲ ਖਿੱਚ ਪਾਏ ਨੇ ਉਹਨਾਂ ਕਮਾਈ ਕਰਨ ਲੱਗ ਪਿਆ ਕੈਂਸਰ ਵੀ ਹਟਿਆ ਹੈ ਤੇ ਇਹੋ ਜਿਹੀਆਂ ਗੱਲਾਂ 'ਤੇ ਆਪਾਂ ਚਲੋ ਬੱਚੇ ਨੇ ਕਹਾ ਨਵੇਂ ਜਿਹੜੇ ਜਨਮ ਲੈਂਦੇ ਨੇ ਲੋਕ ਉਹਨਾਂ ਨੂੰ ਦੱਸਣਾ ਪੈਂਦਾ ਗੁਰੂ ਬਾਰੇ ਕਿਉਂਕਿ ਬਾਣੀ ਵੀ ਤਾਂ ਹੀ ਹੈ ਇਤਿਹਾਸ ਵੀ ਤਾਂ ਹੀ ਹੈ ਦੱਸਣਾ ਪੈਂਦਾ ਨਹੀਂ ਤਾਂ ਆਪਾਂ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਸਿਆਣਿਆਂ ਨੂੰ ਵੀ ਗੁਰੂ ਸਮਰੱਥ ਹੈ ਜਾਂ ਆਪਾਂ ਦੱਸੀਏ ਗੁਰੂ ਸਮਰੱਥ ਹੈ ਇਹ ਪ੍ਰਮਾਤਮਾ ਸਮਰੱਥ ਦੇ ਬਾਰੇ ਦੱਸਣਾ ਨਹੀਂ ਨਾ ਚਾਹੀਦਾ ਵੀ ਪਰਮਾਤਮਾ ਬੜਾ ਸਮਰੱਥ ਹੈ ਜਿਸ ਤਰ੍ਹਾਂ ਕਿ ਭਾਈ ਸਾਹਿਬ ਦੱਸਣਾ ਪੈਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉਹ ਇੱਕ ਬੀਬੀ ਸਹੀ ਹੋਈ ਚੰਬਲ ਦਾ ਉਸਨੂੰ ਰੋਗ ਹਾਂਜੀ ਸੀ ਮੇਰੀ ਆਪਣੀ ਉਸ ਗੁੜੀਆ ਬਹੁਤ ਮੈਂ ਲੱਖ ਰੁਪਏ ਛੱਡ ਰੱਖੀ ਜੇ ਕੋਈ ਪੈਰ ਪਛਾਣ ਲਵੇ ਤੇ ਬਹੁਤ ਥਾਵਾਂ ਤੇ ਕਿਤੇ ਹੋਰ ਵੀ ਗਏ ਹੋਣਗੇ ਪਹਿਲਾਂ ਇਲਾਜ ਕਰਵਾਉਣ। ਜੇ ਨਹੀਂ ਕੋਈ ਮੰਨਦਾ ਹਾਂ ਜੀ ਮੈਂ 6 ਮਹੀਨੇ ਇਲਾਜ ਕਰਾਇਆ ਸੀ ਮੀਰਾ ਸੰਧੂਰ ਤੋਂ ਜਾਣੂ ਉਹ ਜੇ ਜਾ ਕੇ ਪੁੱਛ ਸਕਦੇ ਹੋ ਮੈਂ 6 ਮਹੀਨੇ ਉਹਦੇ ਕੋਲ ਲੈ ਕੇ ਗਿਆ ਹਾਂ ਫਿਰ ਨਹੀਂ ਸੀ ਠੀਕ ਹੋਇਆ ਕੰਮ ਫਿਰ ਮੈਂ ਤੇ ਰੱਖ ਕੀਤੀ ਸਵਾ ਮਹੀਨਾ ਮੈਂ ਜੋੜਨਾ ਮੈਂ ਚੋਖਾ ਜੇ ਜੋੜਨਾ ਸਕਦਾ ਮੈਂ ਨਾ ਕਦੀ ਪਰਮਾਤਮਾ ਨਾਲ ਜੁੜਨ ਦੇ ਦਿਨ ਨਹੀਂ ਗਿਣੀਦੇ ਵੇਖਲੋ ਨਾਲ ਜੁੜਨ ਦੇ ਵੀ ਦਿਨ ਗਿਣੀਦੇ ਕੋਈ ਠੇਕਾ ਹੈ ਵੀ ਇੰਨੇ ਕੋਈ ਦਿਨ ਇੱਕ ਹੋਰ ਸੇ ਕੋਈ ਸਦਾ ਜੁੜੋ ਸਦਾ ਹੀ ਜੁੜੇ ਰਹੋ ਤੇ ਦੁਖੀ ਹੋਵੋ ਹੀ ਨਾ ਇਹਦੇ ਵੇਖਲੋ ਨਾਲ ਜੋੜਨਾ ਜਿਹੜਾ ਐਡਾ ਸਮਰੱਥ ਹੈ ਜਿਹੜਾ ਹੁਣ ਇੰਨੀ ਸਾਇੰਸ ਵੱਧ ਗਈ ਹੈ ਜੇ ਬਾਰਿਸ਼ ਨਾ 2 ਮਹੀਨੇ ਪੈਂਦੀ ਤਾਂ ਆਪਾਂ ਭੁੱਖੇ ਮਰ ਜਾਣਾ ਸੀ ਉਦੋਂ ਸਾਇੰਸ ਕਿੱਧਰ ਗਈ ਹੈ ਆਂਦੇ ਨੇ ਵੈਗਰੂ ਨੇ ਮੀਂਹ ਨਾ ਪਾਇਆ ਤੇ ਭੁੱਖੇ ਮਰ ਜਾਾਂਗੇ ਉਦੋਂ ਸਾਇੰਸ ਕਿੱਧਰ ਜਾਂਦੀ ਹੈ ਕਿ ਨਹੀਂ ਵੈਗਰੂ ਹੀ ਵੱਡਾ ਹੈ ਉਹਨੇ ਹੀ ਰਹਿਣਾ ਉਹ ਹੀ ਮਰਨ ਜਵਾਨ ਵਾਲਾ ਹੈ ਉਹ ਹੀ ਪੁੱਤਰ ਦੁੱਧ ਦੇਣ ਵਾਲਾ ਵੀ ਤੰਦਰੁਸਤੀਆਂ ਦੇਣ ਵਾਲਾ ਬਿਮਾਰੀਆਂ ਵੀ ਉਹਦੀਆਂ ਬਣੀਆਂ ਡਾਕਟਰ ਵੀ ਉਹਦੇ ਬਣਾਏ ਜੇ ਕੋਈ ਮੰਨ ਲੈਂਦਾ ਤਾਂ ਬਚ ਜਾਂਦਾ ਤੇ ਮੈਂ ਤੇ ਇੱਕ ਬੀਬੀ ਨੂੰ ਪਾਰਾ ਆ ਕੇ ਘੱਲਿਆ ਸੀ 12-13 ਮਹੀਨੇ ਹੋ ਗਏ ਨੇ ਮੈਂ ਪੁੱਤਰ ਚਾਹੀਦਾ ਹੀ ਨਾ ਤੇ ਕਰੀ ਅਰਦਾਸ ਕਰ ਜਾ ਤੇ ਫਿਰ ਕਿਸੇ ਅੱਗੇ ਅਰਦਾਸ ਨਾ ਕਰੀ ਕਿਤੇ ਨਾ ਜਾਈ ਤੇ ਆਪ ਹੀ ਅਰਦਾਸ ਕਰੀ ਕਰੀ ਪਾਠ ਕਰਕੇ ਉਹਦਾ 2.5 ਮਹੀਨੇ ਦਾ ਕਾਕਾ ਹੋ ਗਿਆ ਯੂਪੀ ਉਹਨੇ ਆਉਣਾ ਇੱਥੇ ਮੈਂ ਪੁੱਤਰ ਜੁੜ ਜਾ ਗੁਰੂ ਬੜਾ ਸਮਰਾਥੀ ਨਹੀਂ ਲਿਖਿਆ ਲਿਖ ਦੇਗਾ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੇ 7 ਲਿਖੇ ਹਨ ਪੁੱਤਰ ਲਿਖ ਦੇਗਾ ਤੰਦਰੁਸਤੀ ਨਹੀਂ ਲਿਖੀ ਤੇ ਹੁਣ ਲਿਖਾ ਲਓ ਵੈਗਰੂ ਕਿਤੇ ਗਿਆ ਹੈ ਉਹ ਤੁਹਾਨੂੰ ਉਹ ਤੁਸੀਂ ਭੁੱਲੇ ਉਹ ਨਹੀਂ ਤੁਹਾਨੂੰ ਭੁੱਲਿਆ ਕਦੀ ਮਾਪੇ ਵੀ ਕਦੀ ਬੱਚਿਆਂ ਨੂੰ ਭੁੱਲੇ ਨੇ ਮੇਰੇ ਬੱਚੇ ਨੇ ਆਪਾਂ ਭੁਲਾਈ ਫਿਰਨੇ ਆ ਉਹਦੇ ਸਦਾ ਆਪਣੀ ਸਹਾਇਤਾ ਕਰਨ ਨੂੰ ਤਿਆਰ ਹੈ ਠੀਕ ਹੈ ਨਾ ਬਿਲਕੁਲ ਕਿ ਇਹਨਾਂ ਦੀ ਆਪਣੀ ਧੀ ਹੈ ਜਿਹੜੀ ਉਹ ਠੀਕ ਹੋਈ ਹੈ ਕਈ ਥਾਵਾਂ ਤੋਂ ਪਹਿਲਾਂ ਵੀ ਇਲਾਜ ਕਰਵਾਇਆ ਸੀ ਸਾਡੇ ਨਾਲ ਕੁਝ ਹੋਰ ਸੰਗਤ ਹੈ ਜਿਹੜੀ ਉਹ ਵੀ ਮੌਜੂਦ ਹੈ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਤੁਸੀਂ ਇੱਥੇ ਕੀ ਸੇਵਾਵਾਂ ਨਿਭਾ ਰਹੇ ਹੋ ਅਸੀਂ ਲੰਗਰ ਦੀ ਸੇਵਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕੋ ਲੋਕ ਨੇ ਕਿੰਨੀ ਕੁ ਸੰਗਤ ਇੱਥੇ ਜੁੜਦੀ ਹੈ ਰੋਜ਼ ਵਾਂਗੂ ਜੁੜਦੀ ਹੈ ਜਾਂ ਕੋਈ ਖਾਸ ਦਿਨ ਵੀ ਲੱਗਦਾ ਤੇ ਐਤਵਾਰ ਤੇ ਹਜ਼ਾਰਾਂ ਦੀ ਗਿਣਤੀ 'ਚ ਆਉਂਦੀ ਜੀ ਤੇ ਬਹੁਤ ਕਿਰਪਾ ਹੈ ਮੱਲ ਪਰਿਵਾਰ ਹੈ ਇਹਦੇ ਨਾਲ ਅਸੀਂ ਜੁੜੇ ਹਾਂ ਸੇਵਾ ਕਰਦੇ ਹਾਂ ਇੱਥੇ ਸਾਡੇ ਵੇਨ ਦੇ ਅਨੇਕਾਂ ਪ੍ਰਕਾਰ ਦੇ ਬੰਦੇ ਬਚ ਕੇ ਜਾਂਦੇ ਨੇ ਇੱਕ ਨੂੰ ਮੰਜੇ ਤੇ ਪਾ ਕੇ ਲਿਆਏ ਸਾਡੇ ਸਾਹਮਣੇ ਗੁਰਦਾਸਪੁਰੋਂ ਉਹ ਇੱਥੇ ਸਵਾ ਮਹੀਨਾ ਰਿਹਾ ਵੇ ਤੇ ਉਹ ਉੱਠ ਕੇ ਤੇ ਹੁਣ ਉਹ ਚੋਂ ਬੰਦੇ ਡੰਗਰਾਂ ਨੂੰ ਪੱਠੇ ਲਿਆ ਕੇ ਆਉਂਦਾ ਵੇ ਉਹਦੇ ਆਪ ਹੀ ਬੀਬੀ ਉਹਦੀ ਸੇਵਾ ਕਰਦੀ ਸੀ ਉਹਨੂੰ ਚੁੱਕ ਕੇ ਲਿਜਾਣਾ ਚੁੱਕ ਕੇ ਲਿਆਉਣਾ ਇੰਨੀ ਮਹਾਰਾਜ ਦੀ ਕਿਰਪਾ ਹੋਈ ਜੋੜੇ ਸਭ ਦੇ ਇਹਦੇ ਸੇਵਾ ਕਰਦੀ ਰਹੀ ਪੂਰੀ ਸਾਡੇ ਨਾਲ ਉਹ ਇਸ ਟਾਈਮ ਉਹ ਬੱਸ ਭਰ ਕੇ ਬੱਸ ਲੈ ਕੇ ਆਇਆ ਸੀ ਤੇ ਬਹੁਤ ਕਿਰਪਾ ਜੀ ਇੱਥੇ ਬਿਲਕੁਲ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਇਹ ਜਿਹੜਾ ਪਰਿਵਾਰ ਇੱਥੇ ਸੇਵਾ ਨਿਭਾ ਰਿਹਾ ਸਾਡੇ ਨਾਲ ਉਸੇ ਪਰਿਵਾਰ ਦੇ ਮੈਂਬਰ ਮੌਜੂਦ ਨੇ ਕਿੰਨਵੀਂ ਪੀੜ੍ਹੀ ਹੈ ਤੁਹਾਡੀ ਜਿਹੜੀ ਇੱਥੇ ਸੇਵਾ ਨਿਭਾ ਰਹੀ ਹੈ ਇਹ ਜੀ ਦਾਸ ਦੀ 13ਵੀਂ ਪੀੜ੍ਹੀ ਹੈ ਪੀੜ੍ਹੀ ਦਰ ਪੀੜ੍ਹੀ ਸਾਡਾ ਪਰਿਵਾਰ ਸੇਵਾ ਕਰਦਾ ਆ ਰਿਹਾ ਹੈ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀਆਂ ਜੋ ਨਿਸ਼ਾਨੀਆਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਜੋੜੇ ਬੜੀਆਂ ਸਥਾਨਾਂ 'ਤੇ ਮੌਜੂਦ ਹਨ ਪਰ ਇਸ ਜੋੜਾ ਸਾਹਿਬ ਨੂੰ ਗੁਰੂ ਅਮਰਦਾਸ ਜੀ ਨੇ ਵਰ ਦਿੱਤੇ ਨੇ ਬਖਸ਼ਿਸ਼ਾਂ ਕੀਤੀਆਂ ਨੇ ਸੋ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੋੜਦੇ ਹਾਂ ਕਿਰਪਾ ਗੁਰੂ ਕਰਦਾ ਬਸ ਇੱਕ ਉਹ ਜਰੀਆ ਬਣਾ ਕੇ ਗੁਰੂ ਸਾਹਿਬ ਜੀ ਵੀ ਸੰਗਤ ਠੀਕ ਹੋਇਆ ਕਰੇਗੀ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਾਂ ਹੋਰ ਕਿਸੇ ਨਾਲ ਨਹੀਂ ਜੋੜਦੇ ਜੀ ਦਿੱਲੀ ਤੋਂ ਸੰਗਤ ਇੱਥੇ ਆਈ ਹੋਈ ਹੈ ਪੰਜਾਬ ਹੀ ਨਹੀਂ ਬਾਹਰੀ ਰਾਜਾਂ ਤੋਂ ਵੀ ਸੰਗਤ ਇੱਥੇ ਜੁੜਦੀ ਹੈ ਦਿੱਲੀ ਤੋਂ ਸੰਗਤ ਹੈ ਇੱਥੇ ਆਈ ਹੋਈ ਹੈ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਕੌਰ ਆਂਟੀ ਤੁਹਾਨੂੰ ਇਸ ਅਸਥਾਨ ਦਾ ਪਤਾ ਕਿਵੇਂ ਚੱਲਿਆ ਤੇ ਤੁਸੀਂ ਇੱਥੇ ਕਿਉਂ ਆਏ ਹੋ ਇਸ ਤਰ੍ਹਾਂ ਕਿ ਬਸ ਐਵੇਂ ਰਾਤੀ ਲੰਮੇ ਪਏ ਸੀਗੇ ਤੇ ਫੋਨ ਦੇਖ ਰਹੀ ਸੀ ਫੋਨ ਦੇ ਵਿੱਚ ਹੀ ਬਸ ਮੈਨੂੰ ਆ ਵੀਡੀਓ ਨਜ਼ਰ ਆਈ ਤੇ ਮੈਂ ਕੈਂਸਰ ਪੇਸ਼ੈਂਟ ਆ ਕਾਫੀ ਟਾਈਮ ਤੋਂ ਫਿਰ ਬਹੁਤ ਵਡਿਆਈ ਸੁਣੀ ਇਸ ਦਰਬਾਰ ਦੀ ਫਿਰ ਬੱਚਿਆਂ ਨਾਲ ਗੱਲ ਕੀਤੀ ਆਪਣੇ ਹੋਰ ਵੀ ਰਿਸ਼ਤੇਦਾਰਾਂ ਨੂੰ ਬਹੁਤ ਨੂੰ ਪਾਇਆ WhatsApp ਕੀਤਾ ਮੈਂ ਕਿ ਭਈ ਇਹ ਜਗ੍ਹਾ ਇੱਥੇ ਬਹੁਤ ਰਹਿਮਤਾਂ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਆਪ ਜੀ ਜਿਸ ਵੀ ਜੋ ਦੁੱਖ ਤਕਲੀਫ ਹੈ ਆਪ ਸਭ ਜਾਓ ਉੱਥੇ ਫਿਰ ਪਰਸੋਂ ਪਤਾ ਲੱਗਿਆ ਕੱਲ੍ਹ ਹੀ ਬੱਚੇ ਮੈਨੂੰ ਰਾਤੋਂ ਰਾਤ ਲੈ ਕੇ ਨਿਕਲ ਆਏ ਆ ਪਰਿਵਾਰ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਹੈਗੀਆਂ ਬੱਚੇ ਮੇਰੇ ਨਾਲ ਆਏ ਪਰਿਵਾਰ ਮੇਰਾ ਸਾਰਾ ਆਇਆ ਹੋਇਆ ਨਾਲ ਬਾਕੀ ਬ੍ਰੈਸਟ ਕੈਂਸਰ ਹੈ ਮੈਨੂੰ ਗੁਰੂ ਸਾਹਿਬ ਦੀ ਇੰਨੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਾਨੂੰ ਅੰਦਰ ਵੜਦਿਆਂ ਇਹੀ ਹੋਇਆ ਕਿ ਅਸੀਂ ਠੀਕ ਹੋ ਗਏ ਜਿਸ ਤਰ੍ਹਾਂ ਕਿ
ਆਂਟੀ ਦੱਸ ਰਹੇ ਨੇ ਕਿ ਉਹਨਾਂ ਨੂੰ ਖੁਸ਼ੀ ਦਾ ਅਹਿਸਾਸ, ਤੰਦਰੁਸਤੀ ਦਾ ਅਹਿਸਾਸ ਅੰਦਰ ਆਉਂਦਿਆਂ ਸਾਰੀ ਹੋਇਆ। ਸਾਡੇ ਨਾਲ ਉਹਨਾਂ ਦੇ ਸਪੁੱਤਰ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਤੁਹਾਨੂੰ ਇਸ ਸਥਾਨ ਦਾ, ਇਸ ਜਗ੍ਹਾ ਦਾ ਪਤਾ ਕਿਵੇਂ ਲੱਗਿਆ? ਥਰੂ YouTube, ਜਿਹੜੇ YouTube ਚੱਲ ਰਿਹਾ ਉਹਨਾਂ ਤੇ ਭਾਈ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ। ਅਸੀਂ ਕੱਲ ਦੁਪਹਿਰੇ ਵੇਖਿਓ ਤੇ ਅਸੀਂ ਕੱਲ ਰਾਤੀ ਫਿਰ ਨਿਕਲ ਗਏ ਸੀ ਦਿੱਲੀੋਂ ਇੱਧਰ ਵਾਸਤੇ। ਤੇ ਆਂਦੇ ਇੱਕ ਬਲੈਸਡ ਫੀਲ ਹੋਈ ਇੱਥੇ ਆ ਕੇ, ਕਿਉਂਕਿ ਮਮਾ ਮੇਰੀ ਬ੍ਰੈਸਟ ਕੈਂਸਰ ਤੁਹਾਨੂੰ ਦੱਸੀ ਜਿਵੇਂ ਉਹਨਾਂ ਨੇ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਔਰ ਜਿਵੇਂ ਅਸੀਂ ਇਤਿਹਾਸ ਪੜ੍ਹੇ ਹੋਏ, ਗੁਰੂ ਸਾਹਿਬ ਦੇ ਚਰਨ ਇੱਥੇ ਜਿਹੜੇ ਜੋੜੇ ਨੇ ਇੱਥੇ ਪਏ ਨੇ ਤੇ ਮੱਥੇ ਨਾਲ ਲਾਉਣ ਨਾਲ ਹੀ ਕਸ਼ਟਾਂ ਦਾ ਦੁੱਖ ਨਿਵਾਰਨ ਹੁੰਦਾ ਹੈ। ਤੇ ਮੈਂ ਇੱਕ ਮਿੰਟ ਵੀ ਨਹੀਂ ਰੁਕਿਆ, ਮੈਂ ਮਾਂ ਨੂੰ ਕਿਹਾ ਕਿ ਤੁਸੀਂ ਤਿਆਰ ਹੋ, ਨਾਲ ਚੱਲੀਏ, ਅਸੀਂ ਮਹਾਰਾਜ ਦੇ ਦਰਸ਼ਨ ਵੀ ਕਰ ਆਵਾਂਗੇ ਤੇ ਤੁਹਾਡੇ ਮੱਥੇ ਨੂੰ ਮਹਾਰਾਜ ਦੇ ਜਿਹੜੇ ਜੋੜੇ ਨੇ ਲਵਾਉਂਦੇ ਆ, ਕਿਰਪਾ ਹੋਏਗੀ। ਸੰਗਤਾਂ ਦਾ ਇਕੱਠ ਬਹੁਤ ਵੇਖ ਕੇ ਮਨ ਨੂੰ ਵੈਸੇ ਹੀ ਬਹੁਤ ਤਸੱਲੀ ਹੋ ਗਈ, ਬਹੁਤ ਤਸੱਲੀ ਹੋ ਗਈ। ਤੇ ਬੱਚਿਆਂ ਨੂੰ ਵੀ ਦਰਸ਼ਨ ਕਰਾਏ ਨੇ, ਬੱਚਿਆਂ ਨੂੰ ਜਿਹੜੀ ਜਿਸ ਤਰ੍ਹਾਂ ਤੁਸੀਂ ਵੀਰ ਜੀ ਦਿੱਲੀ ਰਹਿੰਦੇ ਹੋ, ਦਿੱਲੀ 'ਚ ਤੇ ਬਹੁਤ ਵੱਡੇ ਵੱਡੇ ਹਸਪਤਾਲ ਨੇ, ਉੱਥੋਂ ਵੀ ਇਲਾਜ ਆਂਟੀ ਜੀ ਦਾ ਕਰਵਾਇਆ ਹੋਣਾ? ਦਵਾ ਆਪਣੀ ਜਗ੍ਹਾ, ਦਾਰੂ ਆਪਣੀ ਜਗ੍ਹਾ, ਦੁਆ ਆਪਣੀ ਜਗ੍ਹਾ। ਇਸ ਤੋਂ ਵੱਡਾ ਗੁਰੂ ਸਾਡੇ ਵਾਸਤੇ ਜਿਹੜਾ ਡਾਕਟਰ ਹੈ ਨਾ, ਕੋਈ ਨਹੀਂ ਹੈਗਾ। ਇਹ ਮਤਲਬ ਪਹਿਲਾਂ ਉੱਥੋਂ ਇਲਾਜ ਕਰਵਾਇਆ ਦਿੱਲੀ? ਦਿੱਲੀ ਚੱਲ ਰਿਹਾ ਐਕਚੁਅਲੀ, ਕੀਮੋ ਹੋ ਚੁੱਕੀ ਨੇ ਮੰਮੀ ਦੀ ਤੋਂ, ਔਰ ਇੱਕ ਟਾਈਮ ਤੇ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਇਹਨਾਂ ਦਾ ਹੁਣ ਕੋਈ ਇਲਾਜ ਨਹੀਂ, ਤੁਸੀਂ ਇਹਨਾਂ ਦੀ ਸੇਵਾ ਕਰਿਓ। ਤੇ ਮਨ ਪਰੇਸ਼ਾਨ ਸੀ, ਬਟ ਜਿਵੇਂ ਅਸੀਂ ਇੱਦਾਂ ਦਾ ਪਤਾ ਲੱਗਾ ਤੇ ਮੈਂ ਕਿਹਾ ਚਲੋ ਮਾਰੀ ਬੈਠੇ ਨੇ, ਆਪਣਾ ਆਪ ਸੰਭਾਲ ਕਰਨਗੇ। ਤੇ ਜਿੱਦਾਂ ਇਹਨਾਂ ਨੇ ਹੁਣ ਹਿੰਮਤ ਤੇ ਹੌਸਲਾ ਦਿੱਤਾ, ਪ੍ਰਸ਼ਾਦ ਦੀ ਬਰਕਤ ਦੱਸੀ ਹੈ, ਸ਼ੁਰੂ ਕਰਾਂਗੇ ਘਰ ਜਾਂਦੇ ਹੀ। ਤੇ ਬਹੁਤ ਜਲਦੀ ਸ਼ਾਇਦ ਅਗਲੇ 10-15 ਦਿਨ ਤੱਕ ਜਿਵੇਂ ਪ੍ਰਸ਼ਾਦ ਵੱਧਦਾ ਵੇ ਅਸੀਂ ਦਰਸ਼ਨ ਕਰਨ ਜ਼ਰੂਰ ਆਵਾਂਗੇ ਤੇ ਸੁੱਖ ਨਾਲ ਤਾਰਾਂਗੇ। ਇਹ ਬੱਚੇ ਸ਼ਰਧਾ ਆਸਥਾ ਸੰਗਤ ਵਿੱਚ ਬਹੁਤ ਹੈ ਜੋ ਇੱਥੇ ਆਏ ਨੇ, ਤੇ ਤੰਦਰੁਸਤੀ ਦਾ ਆਲਮ ਹੈ ਜਿਹੜਾ ਤਦੇ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਸੰਗਤ ਇੱਥੇ ਮੱਥਾ ਟੇਕਦੀ ਹੈ। ਛੋਟੇ ਬੱਚੇ ਵੀ ਇੱਥੇ ਆਏ ਹੋਏ ਨੇ। ਬੱਚੇ ਕੀ ਨਾਮ ਹੈ ਤੁਹਾਡਾ? ਜਸਨੂਰ ਕੌਰ। ਤੇ ਤੁਸੀਂ ਇੱਥੇ ਕਿਵੇਂ ਆਏ ਹੋ? ਮੈਨੂੰ ਪਾਪਾ ਨੇ ਵੀ ਦੱਸਿਆ ਕਿ ਜਿਵੇਂ ਤੁਹਾਡਾ YouTube ਚੈਨਲ ਹੈਗਾ, ਇੱਥੇ ਜਿਹੜੇ ਬਾਬਾ ਜੀ ਦੇ ਜਿਹੜੇ ਜੋੜੇ ਹੈਗੇ ਨੇ, ਇੱਥੇ ਤੇ ਇੰਨੀ ਬਖਸ਼ਿਸ਼ ਹੈਗੀ ਹੈ। ਤੇ ਫਿਰ ਪਾਪਾ ਨੇ ਦੱਸਿਆ, ਫਿਰ ਆਪਾਂ ਕਹਿੰਦੇ ਠੀਕ ਹੈ, ਆਪਾਂ ਦਾਦੀ ਨੂੰ ਲੈ ਕੇ ਆਪਾਂ ਰਾਤ ਨਿਕਲ ਪਏ ਫਿਰ ਇਸ ਸਥਾਨ ਦਰਸ਼ਨ ਕਰਨ ਵਾਸਤੇ। ਤੇ ਬੱਚੇ ਤੁਹਾਡਾ ਕੀ ਨਾਮ ਹੈ? ਹਰਮਨਪ੍ਰੀਤ ਕੌਰ। ਕਿਹੜੀ ਕਲਾਸ ਦੇ ਵਿੱਚੋਂ? 12th। ਤੇ ਜਦੋਂ ਤੁਸੀਂ ਇੱਥੇ ਆਏ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ? ਪੋਜ਼ਿਟਿਵ ਵਾਈਬਸ ਆਈਆਂ ਬਹੁਤ ਜ਼ਿਆਦਾ, ਤੇ ਇੱਦਾਂ ਲੱਗੇ ਜਿਵੇਂ ਅੰਦਰ ਆਉਂਦੇ ਸਭ ਕੁਝ ਠੀਕ ਹੋ ਗਿਆ। ਬਹੁਤ ਵਧੀਆ ਲੱਗਿਆ ਇੱਧਰ ਆ ਕੇ, ਬਹੁਤ ਜ਼ਿਆਦਾ ਵਧੀਆ। ਮਤਲਬ ਇੱਕ ਨਿਰਾਸ਼ਾ ਦੀ ਜ਼ਿੰਦਗੀ ਸੀ ਜਿਹੜੀ ਇੱਥੇ ਆ ਕੇ ਓਬਵੀਅਸਲੀ ਕਿਉਂਕਿ ਇਹ ਬਿਮਾਰੀ ਦਾ ਨਾਮ ਹੀ ਤਾਂ ਲਾਜ ਬਿਮਾਰੀ ਲੱਗ ਜਾ ਤੇ ਮਨ ਵੈਸੇ ਹੀ ਟੁੱਟ ਜਾਂਦਾ, ਪਰਿਵਾਰ 'ਚ ਇੱਕ ਨਿਰਾਸ਼ਾ ਆਉਂਦੀ ਹੈ। ਬਟ ਪਤਾ ਨਹੀਂ ਕਿਉਂ ਅਸੀਂ ਫਿਰ ਡੋਲ ਜਾਂਦੇ। ਸਾਡਾ ਗੁਰੂ ਇੰਨਾ ਵੱਡਾ ਬੇਅੰਤ ਬੈਠਾ ਹੈ, ਅਸੀਂ ਜਦੋਂ ਪਰੇਸ਼ਾਨ ਹੋ ਜਾਂਦੇ ਹਾਂ ਗੁਰੂ ਦੇ ਚਰਨ ਆਪੇ ਆ ਜਾਂਦੇ ਹਾਂ। ਜਦੋਂ ਠੀਕ ਰਹਿਣਾ ਨਹੀਂ ਧਿਆਨ ਰਹਿੰਦਾ, ਜਦੋਂ ਬਿਮਾਰੀਆਂ ਸਾਨੂੰ ਘੇਰ ਲੈਂਦੇ ਆ, ਉਹ ਸਾਨੂੰ ਗੁਰੂ ਆਪੇ ਇਸ਼ਾਰਾ ਕਰਦਾ ਕਿ ਗੁਰੂ ਘਰ ਨਾਲ ਜੁੜੋ। ਤੇ ਇੱਥੇ ਆ ਗਏ ਹਾਂ ਤੇ ਮਹਾਰਾਜ ਨੇ ਆਪਣੇ ਚਰਨੀ ਲਾ ਲਿਆ, ਹੁਣ ਠੀਕ ਹੋ ਹੀ ਜਾਵਾਂਗੇ। ਪਹਿਲੇ ਵੀ ਠੀਕ ਸੀ, ਹੁਣ ਵੀ ਠੀਕ ਹੈ। ਇਹ ਤੇ ਇੱਕ ਗੁਰੂ ਲਈ ਇਸ਼ਾਰਾ ਹੁੰਦਾ ਕਿ ਦੁਨਿਆਵੀ ਤਾਕਤ ਆਪਣੀ ਜਗ੍ਹਾ, ਰੱਬੀ ਤਾਕਤ ਆਪਣੀ ਜਗ੍ਹਾ ਹੈਗੀ ਹੈ। ਬਿਲਕੁਲ ਸਹੀ ਕਹਿ ਰਹੇ ਨੇ ਇਹ ਕਿ ਜਿਵੇਂ ਹੀ ਇੱਥੇ ਆਉਂਦੇ ਨੇ ਖੁਸ਼ੀਆਂ ਨੇ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਸ ਉਮੀਦ ਹੈ ਜਿਹੜੀ, ਪ੍ਰਤੀਬੱਧਤਾ ਉਸ ਦੀ ਬਣ ਜਾਂਦੀ ਹੈ ਕਿ ਅਸੀਂ ਹੁਣ ਠੀਕ ਹੋ ਜਾਵਾਂਗੇ। ਸਾਡੇ ਨਾਲ ਕੁਝ ਹੋਰ ਸੰਗਤ ਵੀ ਮੌਜੂਦ ਹੈ ਜਿਨ੍ਹਾਂ ਦੇ ਫੈਮਿਲੀ ਮੈਂਬਰ ਠੀਕ ਹੋਏ ਨੇ ਤੇ ਉਹ ਇੱਥੇ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਮਨਤੀਰ ਸਿੰਘ ਆ ਜੀ। ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਜੀ ਭਦੌੜ ਤੋਂ ਆਏ ਜੀ। ਕੀ ਸਮੱਸਿਆ ਸੀ? ਹਾਂਜੀ, ਕੀ ਸਮੱਸਿਆ ਸੀ? ਕੌਣ ਬਿਮਾਰ ਸੀ ਤੁਹਾਡੀ? ਸਾਡੇ ਰਿਸ਼ਤੇਦਾਰ ਸੀਗੇ ਜੀ, ਉਹਨਾਂ ਦੇ ਇੱਥੇ ਮੂੰਹ ਦੇ ਉੱਤੋਂ ਸਾਰਾ ਗਲ ਗਿਆ ਸੀਗਾ ਜੀ। ਅਸੀਂ ਉਹਦੇ ਅੰਦਰ ਰੋਟੀ ਵੀ ਘੋਲ ਕੇ ਪਾਉਂਦੇ ਹੁੰਦੇ ਸੀਗੇ ਜੀ। ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਆਏ ਆ ਤੇ ਸਾਰੇ ਉਹਨੇ ਇੱਕ ਰੋਟੀ ਖਾਧੀ, ਚਾਹ ਵੀ ਪੀਤੀ ਆਪਣੇ ਆਪ ਜੀ। ਕਿੰਨੇ ਚਿਰ ਤੋਂ ਇੱਥੇ ਆ ਰਹੇ ਹੋ? ਅਸੀਂ ਅੱਜ ਪਹਿਲੇ ਦਿਨ ਹੀ ਆਏ ਆ ਜੀ, ਅਜੇ ਲੈ ਕੇ ਆਏ ਆ ਜੀ। ਅੱਛਾ, ਤੇ ਇੱਥੇ ਆਉਣ ਤੋਂ ਬਾਅਦ ਉਹਨਾਂ ਰੋਟੀ ਖਾਧੀ? ਹਾਂਜੀ, ਰੋਟੀ ਖਾਧੀ ਜੀ ਲੰਗਰ ਦੇ ਵਿੱਚੋਂ। ਅਸੀਂ ਇੱਕ ਰੋਟੀ ਤੇ ਚਾਹ ਵੀ ਲਿਆਂਦੀ, ਦਾਲ ਵੀ ਖਾਧੀ ਹੈ ਨਾਲ। ਪਹਿਲਾਂ ਮੁਸ਼ਕਿਲ ਆ ਰਹੀ? ਪਹਿਲਾਂ ਮੁਸ਼ਕਲ ਨਾਲ ਘੋਲ ਕੇ ਪਾਉਂਦੇ ਸੀਗੇ ਨਾਲ ਹੀ ਨਾ ਜੀ ਅਸੀਂ। ਕਿਸ ਤਰ੍ਹਾਂ ਤੁਹਾਨੂੰ ਹੁਣ ਕਿਵੇਂ ਦਾ ਲੱਗ ਰਿਹਾ? ਹੁਣ ਸਾਨੂੰ ਵਧੀਆ ਲੱਗਦਾ ਜੀ, ਅਸੀਂ ਬਾਬਾ ਜੀ ਦੇ ਅਸੀਂ ਦਰਸ਼ਨ ਕੀਤੇ। ਤੇ ਕਿੰਨੀ ਕੁ ਉਮਰ ਦੇ ਨੇ ਉਹ ਜੋ ਬਿਮਾਰ? ਉਮਰ ਹੈਗੇ 60 ਸਾਲ ਦੇ ਹੈਗੇ, 60-70 60 ਸਾਲ ਦੇ। ਹਾਂਜੀ। ਬਿਮਾਰੀ ਤੁਸੀਂ ਭਿਆਨਕ ਬਿਮਾਰੀ ਦੱਸੀ? ਬਿਮਾਰੀ ਭਿਆਨਕ ਹੈ ਜੀ, ਮੂੰਹ ਤੋਂ ਚੱਲੀ ਸੀਗੀ ਜੀ, ਜਿਵੇਂ ਕੈਂਸਰ ਆਹ ਸਾਰਾ ਗਲ ਗਿਆ ਸਾਰਾ ਜੀ ਉਹਦਾ ਜਵਾੜਾ ਜੀ, ਪੱਟੀ ਕੀਤੀ ਹੋਈ ਆ ਤੇ ਮਾੜਾ ਬੋਲਦੇ ਵੀ ਆ। ਤੇ ਹੁਣ ਰੋਟੀ ਆਪਣੇ ਆਪ ਖਾਧੀ ਹੈ ਜੀ ਉਹਨਾਂ ਨੇ ਇੱਥੇ ਆ ਕੇ। ਤੇ ਸਾਡੇ ਨਾਲ ਇੱਕ ਅਜਿਹੇ ਬਜ਼ੁਰਗ ਵੀ ਮੌਜੂਦ ਨੇ ਜੋ ਠੀਕ ਹੋਣਾ ਸ਼ੁਰੂ ਹੋ ਗਏ ਨੇ, ਅੱਜ ਇੱਥੇ ਆਏ ਨੇ। ਪਹਿਲਾਂ ਕੁਝ ਖਾ ਨਹੀਂ ਸੀ ਪਾਉਂਦੇ ਜਿਵੇਂ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ। ਅਸੀਂ ਉਸ ਬਜ਼ੁਰਗ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਜੀ ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ ਠੀਕ ਹੈ। ਇੱਥੇ ਆ ਕੇ ਠੀਕ ਮਹਿਸੂਸ ਹੋ ਰਿਹਾ ਹੁਣ? ਹਾਂਜੀ। ਤੇ ਰੋਟੀ ਪਾਣੀ ਖਾਧੀ? ਰੋਟੀ ਤੈਨੂੰ ਰੋਕਣਾ ਖਾਧੀ, ਇੱਕ ਵੀ ਨਹੀਂ ਲੰਘਦੀ। ਹੁਣ ਇੱਥੇ ਆ ਕੇ ਖਾਧੇ, ਲੰਗਰ ਖਾਧਾ? ਹਾਂ, ਤੈਨੂੰ ਰੋਕਣਾ ਛੋਟੀਆਂ ਖਾਧੀਆਂ ਜੀ, ਖਾਧੀਆਂ ਚਾਹ ਵੀ ਪੀਤੀ। ਤੇ ਉਹ ਵੈਸੇ ਮਹਿਸੂਸ ਨਹੀਂ ਹੋਇਆ, ਉਹਨਾਂ ਮਹਿਸੂਸ ਹੁੰਦਾ ਸੀ, ਉਹਨਾਂ ਮਹਿਸੂਸ ਥੋੜ੍ਹਾ ਮਹਿਸੂਸ ਹੋਇਆ ਜੀ। ਹੁਣ ਮੈਂ ਬੋਲੀ ਜਾਂਦੇ ਜੀ। ਤੇ ਸਤਿਗੁਰੂ ਦੀ ਕਿਰਪਾ ਦੀ ਮਾਰ ਕਰੀ, ਸਭ ਦਾ ਮੇਰਾ ਬੋਲਣ ਦਾ ਮਾਰ ਕਰੀ। ਬਿਲਕੁਲ। ਮੈਂ ਤਾਨ ਦੀ ਬਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਦਾ ਕੇ ਅਰਦਾਸ, ਮੈਂ ਹੋਰ ਥਾਉ ਨਹੀਂ।
मैं जिस पै करूँ बेनती मेरा दुख सुख सब कुछ तुझ ही पास। ਅੱਜ ਅਸੀਂ ਇਸ ਪਵਿੱਤਰ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਏ, ਸੰਗਤ ਨਾਲ ਵੀ ਮਿਲਵਾਇਆ ਜੋ ਸੰਗਤ ਠੀਕ ਹੋ ਕੇ ਜਾ ਰਹੀ ਹੈ, ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਇਆ। ਵੱਡੀ ਤਾਦਾਦ ਵਿੱਚ, ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਰੋਜ਼ਾਨਾ ਪਹੁੰਚਦੀ ਹੈ, ਠੀਕ ਹੋ ਕੇ ਘਰ ਜਾਂਦੀ ਹੈ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਪੇਸ਼ਕਸ਼ ਤੁਹਾਨੂੰ ਬੇहद ਪਸੰਦ ਆਏਗੀ। ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਕੈਮਰਾਮੈਨ ਟੋਨੀ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਪਿੰਡ ਦੁਲਚੀ ਕੇ, ਜ਼ਿਲ੍ਹਾ ਫਿਰੋਜ਼ਪੁਰ।